ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਲਾ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਚੌਪਈ ਸੁਨ ਅਬਦੁਲ ਢਾਡੀ ਚਲ ਆਇਓ ਭਏ ਸੁਭਟ ਤਿਨ ਕੋ ਜਸ ਗਾਇਓ ਜਿਸ ਕੇ ਸੁਨਤ ਬੀਰ ਰਸ ਜਾਗੇ ਕਾਇਰ ਸੋਪੇ ਲਰੇ ਨਹਿ ਭਾਗੇ ਸੁਨ ਅਬਦੁਲ ਢਾਡੀ ਚਲ ਆਇਓ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁਖ ਨਿਧਾਨ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਹਜ਼ੂਰ ਸੱਜ ਕੇ ਬੈਠੇ ਹੋਏ ਹੋ। ਮਹਾਰਾਜ ਜੀ ਦੀ ਪਵਿੱਤਰ ਬਾਣੀ ਜੀ ਦੇ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤੇ ਹਨ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਇਹ ਸਤਿਗੁਰੂ ਜੀ ਦੇ ਮੁੱਖ ਵਾਕ ਆਪ ਜੀ ਨੇ ਸਰਵਣ ਕੀਤੇ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਛੇਵੇਂ ਪਾਤਸ਼ਾਹ ਮੇਰੇ ਪੀਰੀ ਦੇ ਮਾਲਕ ਸਤਿਗੁਰੂ ਵੱਡ ਜੋਧਾ ਬਹੁ ਭਾਰੇ ਉਪਕਾਰੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਦੀ ਸਿੱਖ ਸੰਗਤ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਗੁਰੂ ਘਰ ਦੇ ਵਿੱਚ ਜਿੱਥੇ ਮਾਲਾ ਦਾ ਸਬਜੈਕਟ ਹੈ ਉੱਥੇ ਨਾਲ ਦੀ ਨਾਲ ਸ਼ਸਤਰ ਦਾ ਵੀ ਸਬਜੈਕਟ ਹੈ। ਜਿੱਥੇ ਭਜਨ ਹੈ ਉੱਥੇ ਬੀਰ ਰਸ ਵੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਰਾਜ ਜੀ ਨੇ ਸਿਰਜਣਾ ਕੀਤੀ ਹੈ ਜੀ। ਮਹਾਨ ਤਖਤ ਬਣਾਇਆ, ਉਸ ਤਖਤ ਦਾ ਨਾਮ ਅਕਾਲ ਦੇ ਨਾਮ ਤੇ ਰੱਖਿਆ। ਆਪਣੇ ਨਾਮ ਉੱਤੇ ਵੀ ਮਹਾਰਾਜ ਨੇ ਉਸ ਤਖਤ ਦਾ ਨਾਮ ਨਹੀਂ ਰੱਖਿਆ ਜੀ। ਦਿੱਲੀ ਦੇ ਬਾਦਸ਼ਾਹ ਦਾ ਜਿਹੜਾ ਤਖਤ ਹੈ ਉਹਨੂੰ ਕਿਹਾ ਜਾਂਦਾ ਸੀ ਵੀ ਦਿੱਲੀ ਦੇ ਬਾਦਸ਼ਾਹ ਦਾ ਤਖਤ ਹੈ, ਜਹਾਂਗੀਰ ਦਾ ਤਖਤ ਹੈ। ਪਰ ਜਿਸ ਤਖਤ ਉੱਤੇ ਗੁਰੂ ਹਰਗੋਬਿੰਦ ਸਾਹਿਬ ਸੱਜੇ ਉਹ ਕਿਸੇ ਵਿਅਕਤੀ ਦਾ ਨਾਮ ਨਹੀਂ, ਉਸ ਤਖਤ ਤੇ ਅਕਾਲ ਦਾ ਨਾਮ ਹੈ। ਅਕਾਲ ਸ਼ਬਦ ਅਸੀਂ ਰੋਜ਼ ਜਪਦੇ ਹਾਂ ਸੰਗਤ ਜੀ। ਹਰ ਰੋਜ਼ ਅਸੀਂ ਅਕਾਲ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਤੁਸੀਂ ਬਾਣੀ ਪੜ੍ਹਨ ਵਾਲੇ ਸਿਆਣੇ ਸਿੱਖ ਬੈਠੇ ਹੋ। ਹਰ ਰੋਜ਼ ਮੂਲ ਮੰਤਰ ਦੇ ਵਿੱਚ ਹੀ ਅਕਾਲ ਸ਼ਬਦ ਦਾ ਜਾਪ ਅਸੀਂ ਕਰਦੇ ਹਾਂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ। ਸਾਰਾ ਜਪਜੀ ਸਾਹਿਬ ਦਾ ਪਾਠ ਅੱਗੋਂ ਚੱਲਦਾ ਹੈ ਪਰ ਅਕਾਲ ਸ਼ਬਦ ਆਉਂਦਾ ਹੈ ਜੀ। ਸਤਿਗੁਰੂ ਜੀ ਨੇ ਅਕਾਲ ਦਾ ਤਖਤ ਬਣਾਇਆ। ਅਕਾਲ ਦਾ ਤਖਤ ਅਰਥ ਕੀ ਹੈ ਇਹ ਪਹਿਲਾਂ ਪ੍ਰੇਮ ਨਾਲ ਸੁਣ ਲਿਓ ਜੀ। ਕਾਲ ਕਹਿੰਦੇ ਸਮੇਂ ਨੂੰ ਜੀ, ਸਮੇਂ ਨੂੰ ਕਾਲ ਕਹਿੰਦੇ ਆ। ਅਕਾਲ ਜਿਸ ਉੱਤੇ ਸਮੇਂ ਦਾ ਅਸਰ ਨਾ ਹੋਵੇ ਜੀ। ਚੇਤਾ ਰੱਖਿਓ ਆਪਾਂ ਜਿੰਨੇ ਵੀ ਬੈਠੇ ਆ ਸਾਡੇ ਸਾਰਿਆਂ ਉੱਤੇ ਸਮੇਂ ਦਾ ਅਸਰ ਹੈਗਾ ਹੈ ਜੀ। ਹਾਂਜੀ, ਸਮੇਂ ਨਾਲ ਜਨਮ ਹੋਇਆ, ਸਮੇਂ ਨਾਲ ਮੌਤ ਹੋਣੀ ਹੈ ਜੀ। ਆਪਣੇ ਕੋਲ ਸਮੇਂ ਦਾ ਅਸਰ ਹੀ ਹੈਗਾ ਨਾ। ਇੰਨੇ ਤੋਂ ਇੰਨੇ ਵਜੇ ਤੱਕ ਕਥਾ ਹੋਏਗੀ, ਇੰਨੇ ਤੋਂ ਇੰਨੇ ਵਜੇ ਤੱਕ ਕੀਰਤਨ ਹੋਏਗਾ। ਆਪਾਂ ਸਾਰੇ ਸਮੇਂ ਵਿੱਚ ਹੈਗੇ ਹਾਂ ਜੀ। ਸਭ ਤੋਂ ਵੱਡਾ ਕਾਲ ਦਾ ਅਰਥ ਸਮਾਂ ਹੈ, ਦੂਸਰਾ ਕਾਲ ਦਾ ਅਰਥ ਮੌਤ ਵੀ ਹੈ ਸਾਧ ਸੰਗਤ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਕਾਲੇ ਕਾ ਕਿਛ ਨਾ ਬਸਾਏ। ਮੌਤ ਵੀ ਹੈ ਜੀ। ਕਾਲ ਤੋਂ ਪਹੁੰਚਿਓ ਹੈ ਆਨ ਕਹਾਂ ਜਾ ਹੈ ਭਾਜਰੇ। ਕਾਲ ਦਾ ਅਰਥ ਮੌਤ ਵੀ ਹੈ। ਜਿਸ ਬੰਦੇ ਨੇ ਬਹੁਤ ਜ਼ਿਆਦਾ ਅੱਤ ਚੁੱਕੀ ਹੋਵੇ, ਲੋਕ ਕਹਿੰਦੇ ਇਹਦਾ ਕਾਲ ਨੇੜੇ ਆ ਗਿਆ ਜੀ, ਇਹਦੀ ਮੌਤ ਨੇੜੇ ਆ ਗਈ ਆ। ਜਦੋਂ ਕਾਲ ਦੇ ਅੱਗੇ ਅ ਸ਼ਬਦ ਲੱਗ ਜਾਂਦਾ ਹੈ ਇਹਦਾ ਭਾਵ ਬਣ ਜਾਂਦਾ ਅਕਾਲ, ਜਿਹਦੀ ਮੌਤ ਨਹੀਂ ਕਦੀ ਹੋਣੀ। ਗੱਜ ਕੇ ਆਖੋ ਵਾਹਿਗੁਰੂ। ਹਰ ਹਰ ਰੋਜ਼ ਸੰਗਤਾਂ ਤੁਸੀਂ ਜਾਪ ਸਾਹਿਬ ਦਾ ਪਾਠ ਕਰਦੇ ਹੋ। ਰੱਬ ਦੇ ਬੜੇ ਨਾਮ ਕਲਗੀਧਰ ਜੀ ਨੇ ਦੱਸੇ ਜੀ, ਔਰ ਉਹ ਇਸ ਤਰੀਕੇ ਨਾਲ ਨਾਮ ਦੱਸੇ ਜਿਵੇਂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਕਾਲ ਪੁਰਖ ਜੀ ਦੇ ਸਾਹਮਣੇ ਖਲੋਤੇ ਹੋਣ ਜੀ। ਉਹਦੇ ਵਿੱਚ ਇੱਕ ਨਾਮ ਵਾਹਿਗੁਰੂ ਦਾ ਦੱਸਿਆ ਅਕਾਲੇ। ਅਕਾਲੇ, ਅਕਾਲੇ ਦਾ ਅਰਥ ਜਿਹਦੀ ਮੌਤ ਨਹੀਂ ਹੋਣੀ ਸੀ। ਦੁਨੀਆ ਦੇ ਤਖਤ ਢਹਿ ਢੇਰੀ ਹੋ ਜਾਣਗੇ, ਜਿਹੜਾ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਸਾਧ ਸੰਗਤ ਜੀ ਉਹ ਕਦੀ ਢਹਿ ਢੇਰੀ ਨਹੀਂ ਹੋ ਸਕਦਾ। ਉਹ ਤਖਤ ਹੀ ਅਕਾਲ ਹੈ ਜੀ। ਉਹ ਤਖਤ ਹੈ ਜਿਹਦੀ ਮੌਤ ਨਹੀਂ ਹੋਣੀ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹਨੇ ਢੱਠਣਾ ਨਹੀਂ ਹੈ। ਸਤਿਗੁਰੂ ਜੀ ਨੇ ਅਕਾਲ ਬੁੰਗਾ ਅਕਾਲ ਤਖਤ ਬਣਾਇਆ। ਫਿਰ ਬੇਨਤੀ ਹੈ ਗੁਰੂ ਹਰਗੋਬਿੰਦ ਸਾਹਿਬ ਦੁਨਿਆਵੀ ਬੰਦੇ ਦੇ ਨਾਮ ਰੱਖੇ ਉੱਤੇ, ਭਾਵ ਜਿਸ ਤਖਤ ਦਾ ਨਾਮ ਕਿਸੇ ਦੁਨਿਆਵੀ ਮਨੁੱਖ ਉੱਤੇ ਹੈ, ਮਹਾਰਾਜ ਉਸ ਤਖਤ ਉੱਤੇ ਨਹੀਂ ਬੈਠੇ ਜੀ। ਸਤਿਗੁਰੂ ਅਕਾਲ ਦੇ ਤਖਤ ਤੇ ਬੈਠੇ ਹੈ ਜੀ। ਹਾਂਜੀ, ਤਖਤ ਦਾ ਨਾਮ ਵੀ ਅਕਾਲ ਪੁਰਖ ਹੈ। ਵਾਹਿਗੁਰੂ ਅਕਾਲ ਤਖਤ ਹੈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜੀ। ਤੇ ਚੇਤੇ ਰੱਖਿਓ ਕਾਲ ਵਿੱਚ ਰਹਿ ਕੇ ਅਕਾਲ ਨੂੰ ਜਪਣ ਦਾ ਯਤਨ ਕਰਨਾ ਹੈ।
ਗੱਜ ਕੇ ਆਖੋ ਵਾਹਿਗੁਰੂ। ਕਾਲ ਵਿੱਚ ਰਹਿ ਕੇ ਅਸੀਂ, ਇਹ ਸਰੀਰ ਇੱਕ ਕਾਲ ਵਿੱਚ ਹੈ ਜੀ, ਇੱਕ ਸਮੇਂ ਵਿੱਚ ਹੈਗਾ ਜੀ। ਤੇ ਜਦੋਂ ਇਹਦੇ ਵਿੱਚ ਕੋਈ ਆਖੇਗਾ ਅਕਾਲ ਮੂਰਤ, ਫਿਰ ਉਹ ਅਕਾਲ ਨਾਲ ਜੁੜੇਗਾ ਜੀ। ਮਹਾਰਾਜ ਜੀ ਨੇ ਅਕਾਲ ਤਖਤ ਸਾਹਿਬ ਬਣਾਇਆ। ਮਹਾਰਾਜ ਆਪਣੇ ਮਾਤਾ ਜੀ ਦੇ ਕੋਲ ਗਏ। ਮਾਤਾ ਗੰਗਾ ਜੀ ਦੇ ਕੋਲ ਬੈਠ ਕੇ ਜਿਹੜੇ ਬਚਨ ਵਿਲਾਸ ਹੋਏ ਕੱਲ ਦੀ ਕਥਾ ਵਿੱਚ ਆਪ ਜੀ ਨੇ ਸੁਣੇ ਜੀ। ਮਹਾਰਾਜ ਜੀ ਆਪ ਗੁਰੂ ਹੋ ਕੇ, ਮਾਲਕ ਹੋ ਕੇ ਆਪਣੇ ਮਾਤਾ ਜੀ ਨੂੰ, ਮਾਤਾ ਗੰਗਾ ਜੀ ਨੂੰ ਮੱਥਾ ਟੇਕਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੰਦਾਜ਼ਾ ਲਾਓ ਸਤਿਗੁਰੂ ਜੀ ਵੱਡਿਆਂ ਦਾ, ਆਪਣੇ ਮਾਤਾ ਜੀ ਦਾ ਕਿੰਨਾ ਸਤਿਕਾਰ ਕਰਦੇ ਆ ਜੀ। ਆਪਣੇ ਮਾਤਾ ਜੀ ਨੂੰ ਨਮਸਕਾਰ ਕੀਤੀ, ਮੂਹੜਾ ਡਾਇਆ ਗਿਆ, ਸਤਿਗੁਰੂ ਜੀ ਬੈਠ ਗਏ। ਮਾਤਾ ਜੀ ਨੇ ਪੁੱਛਿਆ ਲਾਲ ਜੀ ਕਿੰਨੀ ਕੁ ਸੰਗਤ ਆਈ? ਸਤਿਗੁਰੂ ਜੀ ਨੇ ਸਾਰਾ ਕੁਝ ਦੱਸਿਆ ਜੀ। ਸ਼ਸਤਰ ਬਸਤਰ ਵੀ ਆਏ। ਮਹਾਰਾਜ ਜੀ ਦੀ ਡੇਲੀ ਦੀ ਰੂਟੀਨ ਵੀ ਤੁਸੀਂ ਸਰਵਣ ਕੀਤੀ। ਗੁਰੂ ਹਰਗੋਬਿੰਦ ਸਾਹਿਬ ਕਿੰਨੇ ਵਜੇ ਕੀ ਕਰਦੇ ਆ ਜੀ, ਇੱਕ ਸਮੇਂ ਦੇ ਵਿੱਚ, ਟਾਈਮ ਪੀਰੀਅਡ ਵਿੱਚ ਇੱਕ ਰੂਟੀਨ ਬਣੀ ਹੋਈ ਮਹਾਰਾਜ ਦੀ ਜੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ 400 ਸੂਰਮਾ ਇਕੱਠਾ ਹੋ ਕੇ ਆਇਆ ਜੀ। ਕੱਲ ਕਥਾ ਸੁਣੀ ਤੁਸੀਂ। ਮਾਝੇ ਵਿੱਚੋਂ ਤੇ ਦੁਆਬੇ ਦੇ ਵਿੱਚੋਂ 400 ਯੋਧੇ ਇਕੱਠੇ ਹੋ ਕੇ ਆਏ ਜੀ। ਮਹਾਰਾਜ ਅਕਾਲ ਤਖਤ ਸਾਹਿਬ ਸੱਜੇ ਹੋਏ ਨੇ। ਜਦੋਂ ਉਹ ਆਏ ਆ, ਸਾਰੀਆਂ ਸੰਗਤਾਂ ਬੈਠ ਗਈਆਂ, ਉਹ ਬੈਠੇ ਨਹੀਂ, ਖਲੋਤੇ ਰਹੇ ਜੀ। ਪਤਾ ਤੇ ਸਤਿਗੁਰੂ ਜੀ ਨੂੰ ਸਾਰੀ ਗੱਲ ਦਾ, ਪਰ ਮਹਾਰਾਜ ਨੇ ਆਪਣੇ ਇੱਕ ਸਿੱਖ ਨੂੰ ਭੇਜਿਆ ਵੀ ਜਾਓ ਇਹਨਾਂ ਕੋਲੋਂ ਪੁੱਛੋ ਵੀ ਇਹ ਕੀ ਕਰਨ ਆਏ ਆ। ਉਸ ਸੇਵਕ ਨੇ ਪੁੱਛਿਆ। ਉਹਨਾਂ ਦੇ ਮੁਖੀ ਨੇ ਫਿਰ ਆਖਿਆ ਵੀ ਅਸੀਂ ਸਾਰੇ ਗੁਰੂ ਸਾਹਿਬ ਜੀ ਦੀ ਫੌਜ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ। ਅਸੀਂ ਯੋਧੇ ਆ, ਸੂਰਮੇ ਆ, ਲੜਨਾ ਮਰਨਾ ਸਾਡਾ ਕੰਮ ਹੈ, ਤੇ ਇੱਥੇ ਰਵਾਂਗੇ, ਸਾਨੂੰ ਰੁਜ਼ਗਾਰ ਮਿਲੇਗਾ। ਉਹਨੇ ਸਿੱਖ ਨੇ ਆ ਕੇ ਜਦੋਂ ਮਹਾਰਾਜ ਨੂੰ ਦੱਸਿਆ ਨਾ, ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਫਿਰ ਤੁਸੀਂ ਕੱਲ ਸੁਣ ਹੀ ਲਿਆ ਸੀ। ਗੁਰੂ ਹਰਗੋਬਿੰਦ ਸਾਹਿਬ ਸੁਣ ਕੇ ਮੁਸਕਰਾ ਪਏ ਜੀ, ਮੁਸਕਰਾ ਪਏ। ਮਹਾਰਾਜ ਨੂੰ ਪਤਾ ਲੱਗ ਗਿਆ ਹੈ ਵੀ ਇਹ ਸਾਰੇ ਦੇਵਤੇ ਨੇ, ਦੇਵਤੇ। ਕਿਸੇ ਦੀ 25 ਸਾਲ ਦੀ ਉਮਰ ਹੈ, ਕਿਸੇ ਦੀ 21 ਸਾਲ ਦੀ ਉਮਰ ਹੈ, ਕਿਸੇ ਦੇ ਮੁਖ ਤੇ ਦਾੜੀ ਆਈ ਹੈ, ਕਿਸੇ ਦੇ ਨਹੀਂ ਆਈ ਜੀ। ਤੇ ਸਾਡੇ ਨਾਲ ਇਸ ਧਰਤੀ ਤੇ ਰਹਿ ਕੇ ਸੇਵਾ ਕਰਨੀ ਚਾਹੁੰਦੇ ਹੈ। ਇਸ ਕਰਕੇ ਸਾਡੇ ਤੋਂ ਕਿਸੇ ਨੇ 5 ਸਾਲ ਪਹਿਲਾਂ ਜਨਮ ਲੈ ਲਿਆ, ਕਿਸੇ ਨੇ 10 ਸਾਲ ਪਹਿਲਾਂ ਲੈ ਲਿਆ, ਤੇ ਸਾਡੀ ਫੌਜ ਵਿੱਚ ਸ਼ਾਮਲ ਹੋਣ ਵਾਸਤੇ ਆਏ ਹੈ। ਚਲੋ ਕਈ ਕਹਿਣਗੇ ਇਹ ਕਿਵੇਂ ਹੋ ਸਕਦਾ, ਤੇ ਮੈਂ ਬਾਣੀ ਵਿੱਚੋਂ ਇੱਕ ਗੱਲ ਕਹਿ ਕੇ ਫਿਰ ਆਪਾਂ ਅੱਗੇ ਚੱਲਣ ਦਾ ਯਤਨ ਕਰਾਂਗੇ। ਪਿਆਰ ਨਾਲ ਗੱਜ ਕੇ ਕਹੋ ਵਾਹਿਗੁਰੂ ਵਾਹਿਗੁਰੂ। ਬਾਣੀ ਦੇ ਵਿੱਚ ਇੱਕ ਬਚਨ ਆਉਂਦਾ, ਕਹਿੰਦੇ ਆ ਭਾਈ ਬੰਦਾ ਬੰਦਾ ਹੀ ਬਣ ਜੇ ਬੜੀ ਵੱਡੀ ਗੱਲ ਹੈਗੀ ਜੀ। ਬੰਦਾ ਬੰਦਾ ਬਣ ਜੇ ਬੜੀ ਵੱਡੀ ਗੱਲ ਹੈਗੀ ਜੀ। ਸੱਚੀ ਗੱਲ ਹੈ, ਬੰਦੇ ਕੋਲੋਂ ਬੰਦਾ ਹੀ ਨਹੀਂ ਬਣਿਆ ਜਾਂਦਾ ਜੀ। ਬੰਦਾ ਕੌਣ ਹੈ? ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਤੋਂ ਬਿਨਾ ਬੰਦਾ ਗੰਦੇ ਤੋਂ ਵੀ ਗੰਦਾ ਹੈ। ਬੰਦਾ ਉਹ ਹੈ, ਬੰਦੇ ਬੰਦਗੀ ਇਖਤਿਆਰ। ਬੰਦਾ ਹੋਏ ਸੋ ਬੰਦਗੀ ਕਰੇ। ਬੰਦਾ ਬੰਦਾ ਬਣ ਜੇ ਬੜੀ ਵਧੀਆ ਗੱਲ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਆ ਭਾਈ ਬਲਿਹਾਰ ਜਾਇਆ ਕਰੋ ਆਪਣੇ ਸਤਿਗੁਰੂ ਤੋਂ, ਉਹ ਬੰਦਿਆਂ ਤੋਂ ਦੇਵਤੇ ਬਣਾ ਦਿੰਦੇ ਆ, ਦੇਵਤੇ ਬਣਾ ਦਿੰਦੇ। ਮਨੁੱਖ ਤੋਂ ਦੇਵਤਾ ਬਣਾਉਣ ਲੱਗਿਆਂ ਸਤਿਗੁਰੂ ਨੂੰ ਸਮਾਂ ਨਹੀਂ ਲੱਗਦਾ। ਅੱਖ ਝਮਕਣ ਦੇ ਸਮੇਂ ਵਿੱਚ ਸਤਿਗੁਰੂ ਮਨੁੱਖ ਨੂੰ ਦੇਵਤਾ ਬਣਾ ਦਿੰਦੇ ਆ। ਹੁਣ ਸਤਿਗੁਰੂ ਜੀ ਦੀ ਬਾਣੀ ਸੁਣੋ ਜੀ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਕਰਤ ਨਾ ਲਾਗੀ ਵਾਰ ਦਾ ਭਾਵ ਇਹ ਹੈ ਸਤਿਗੁਰੂ ਨੂੰ ਸਮਾਂ ਨਹੀਂ ਲੱਗਦਾ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਿਹਦੇ ਤੇ ਦ੍ਰਿਸ਼ਟੀ ਪਾਉਣ ਉਹਨੂੰ ਦੇਵਤਾ ਬਣਾ ਦੇਣ ਜੀ।
ਔਰ ਮੈਂ ਆਪਣੀ ਜ਼ਿੰਦਗੀ 'ਚ ਵੇਖਿਆ ਬੜੇ ਬੜੇ ਵਿਗੜੇ ਬੰਦੇ ਜਿਨ੍ਹਾਂ ਤੇ ਗੁਰੂ ਨੇ ਮਿਹਰ ਕੀਤੀ, ਉਹ ਬੰਦੇ ਬੰਦੇ ਨਹੀਂ ਰਹੇ ਜੀ, ਉਹ ਬੰਦੇ ਦੇਵਤੇ ਹੀ ਬਣ ਗਏ ਜੀ। ਇਸ ਕੰਮ ਲਈ ਸਤਿਗੁਰੂ ਨੂੰ ਸਮਾਂ ਨਹੀਂ ਲੱਗਦਾ, ਗੁਰੂ ਦੀ ਦ੍ਰਿਸ਼ਟੀ 'ਚ ਤਾਕਤ ਹੈ। ਸੋ ਮਹਾਰਾਜ ਨੇ ਉਹ 400 ਸਿਪਾਹੀ ਜਿਹੜੇ ਆਏ ਆ, ਇਹ ਕਿਹਾ ਵੀ ਇਹ ਦੇਵਤੇ ਨੇ, ਉਹਨਾਂ ਨੂੰ ਸਾਡੀ ਫੌਜ ਵਿੱਚ ਰੱਖ ਲਓ। ਖਾਣ ਪੀਣ ਨੂੰ ਦਿੱਤਾ, ਰੁਜ਼ਗਾਰ ਲਈ ਮਾਇਆ ਵੀ ਦਿੱਤੀ ਸਤਿਗੁਰੂ ਨੇ ਜੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਧਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ, ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨ ਅਬਦੁਲ ਢਾਡੀ ਚਲ ਆਇਓ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦਾ ਜਸ। ਹੁਣ ਜਿੱਥੇ ਫੌਜ ਰੱਖੀ ਦੀ ਸਤਿਗੁਰਾਂ ਨੇ, ਢਾਡੀਆਂ ਦੀ ਵੀ ਲੋੜ ਹੈਗੀ ਆ ਜੀ। ਹਾਂਜੀ, ਜਿਹੜੇ ਯੋਧਿਆਂ ਦੀ ਤੇ ਸੂਰਮਿਆਂ ਦੀਆਂ ਗੱਲਾਂ ਸੁਣਾਇਆ ਕਰਨ ਜੀ। ਚੇਤਾ ਰੱਖਿਓ, ਗੱਲਾਂ ਦਾ ਬੜਾ ਅਸਰ ਹੈਗਾ ਹੈ ਜੀ। ਹਾਂਜੀ, ਚੰਗਾ ਭਲਾ ਡਿੱਗਿਆ ਢੱਠਾ ਬੰਦਾ ਹੋਵੇ, ਉਹਨੂੰ ਚੜ੍ਹਦੀ ਕਲਾ ਵਾਲੀਆਂ ਗੱਲਾਂ ਸੁਣਾ ਦਿਓ, ਚੜ੍ਹਦੀ ਕਲਾ 'ਚ ਹੋ ਜਾਂਦਾ ਜੀ। ਹਾਂਜੀ, ਤੇ ਕਈ ਵਾਰੀ ਚੰਗੇ ਭਲੇ ਬੰਦੇ ਨੂੰ ਮਾੜੀਆਂ ਗੱਲਾਂ ਸੁਣਾ ਦਿਓ, ਉਹ ਵਿਚਾਰਾ ਢਹਿੰਦੀ ਕਲਾ ਵਿੱਚ ਹੋ ਜਾਂਦਾ ਜੀ। ਗੱਲਾਂ ਦਾ ਬੜਾ ਅਸਰ ਹੈਗਾ ਜੀ। ਮੈਂ ਅਸਰ ਵਰਤਦਾ ਵੇਖਿਆ ਜੀ। ਹਾਂਜੀ, ਮਹਾਰਾਜ ਨੇ ਫੁਰਨਾ ਬਣਾਇਆ ਵੀ ਫੌਜ ਤੇ ਰੱਖ ਲਈ ਆ, ਤੇ ਫੌਜ ਵਿੱਚ ਉਤਸ਼ਾਹ ਵੀ ਹੋਣਾ ਚਾਹੀਦਾ। ਇਹਨਾਂ ਨੂੰ ਯੋਧਿਆਂ ਦੀਆਂ ਗੱਲਾਂ ਸੁਣਾਉਣ ਵਾਲਾ ਕੋਈ ਬੰਦਾ ਚਾਹੀਦਾ ਹੈ। ਹੁਣ ਵੇਖੋ ਨਾ ਜੀ, ਮਨ ਢੱਠਿਆ ਹੋਵੇ, ਕਥਾ ਵੀ ਤਾਂ ਗੱਲਾਂ ਹੀ ਨੇ, ਬਚਨ ਹੀ ਨੇ, ਕਥਾ ਸੁਣ ਕੇ ਮਨ ਚੜ੍ਹਦੀ ਕਲਾ 'ਚ ਹੋ ਜਾਂਦਾ ਹੈ ਜੀ। ਅੱਜ ਕੇ ਆਖੋ ਵਾਹ। ਕੋਈ ਬੰਦਾ ਪਰੇਸ਼ਾਨ ਹੋਵੇ ਜੀ, ਕਿਸੇ ਕੋਲ ਜਾ ਕੇ ਬੈਠੇ ਹੋ, ਚੰਗੀਆਂ ਗੱਲਾਂ ਕਰ ਦੇਵੇ, ਉਹਦਾ ਮਨ ਚੜ੍ਹਦੀ ਕਲਾ 'ਚ ਹੋ ਜਾਂਦਾ ਜੀ। ਰੱਬ ਦੀ ਭਗਤੀ ਦੇ ਰਾਹ ਤੇ ਤੁਰਨਾ, ਰੱਬ ਦੇ ਪਿਆਰਿਆਂ ਦੀਆਂ ਗੱਲਾਂ ਸੁਣੋ, ਭਗਤੀ ਕਰਨ ਨੂੰ ਜੀ ਕਰਨ ਲੱਗ ਪੈਂਦਾ ਜੀ। ਗੱਲਾਂ ਦਾ ਅਸਰ ਹੈਗਾ ਜੀ ਬੰਦੇ ਦੇ ਮਨ ਉੱਤੇ। ਮਹਾਰਾਜ ਨੇ ਕਿਹਾ ਫੌਜੀਆਂ ਦੇ ਮਨ ਉੱਤੇ ਗੱਲਾਂ ਦਾ ਅਸਰ ਹੋਏਗਾ, ਇਸ ਕਰਕੇ ਢਾਡੀਆਂ ਨੂੰ ਮਹਾਰਾਜ ਗਰੀਬ ਨਵਾਜ਼ ਜੀ ਨੇ ਰੱਖਿਆ ਜੀ। ਬਾਣੀ 'ਚ ਢਾਡੀ ਸ਼ਬਦ ਵੀ ਆਉਂਦਾ। ਹਉ ਢਾਡੀ ਹਰ ਪ੍ਰਭ ਖਸਮ ਕਾ, ਹਰ ਕੈ ਦਰ ਆਇਆ। ਗੱਜ ਕੇ ਆਖੋ ਵਾਹਿਗੁਰੂ। ਢਾਡੀ ਸ਼ਬਦ ਵੀ ਆਉਂਦਾ। ਢਾਡੀ ਬਣਿਆ ਕਿੱਥੋਂ ਹੈ? ਢੱਡ ਕਹਿੰਦੇ ਆ ਡਮਰੂ ਨੂੰ ਜੀ। ਹਾਂਜੀ, ਉਹ ਜਿਹੜਾ ਹੱਥ 'ਚ ਫੜੀ ਹੁੰਦੀ ਨਾ ਢੱਡ, ਡਮਰੂ, ਉਹ ਢੱਡ ਵਜਾਉਣੀ, ਨਾਲ ਯੋਧਿਆਂ ਦੀਆਂ ਸੂਰਮਿਆਂ ਦੀਆਂ ਸਾਖੀਆਂ ਸੁਣਾਉਣੀਆਂ, ਕਥਾ ਸੁਣਾਉਣੀਆਂ, ਤਾਂ ਉਹਨਾਂ ਨੂੰ ਢਾਡੀ ਕਹਿੰਦੇ। ਢੱਡ ਵਜਾਉਣ ਵਾਲਾ ਢਾਡੀ ਹੁੰਦਾ ਹੈ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਹੈ, ਸੁਰ ਸਿੰਘ ਪਿੰਡ ਦੇ ਵਿੱਚ ਸਾਡੇ ਪਿਛਲੇ ਜਨਮਾਂ ਦੇ ਸੇਵਕ ਨੇ, ਅੱਜ ਕੱਲ੍ਹ ਢਾਡੀ ਨੇ, ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੱਦਿਆ ਜੀ। ਇੱਕ ਦਾ ਨਾਮ ਸੀ ਭਾਈ ਨੱਥਾ ਜੀ, ਦੂਜੇ ਦਾ ਨਾਮ ਸੀ ਭਾਈ ਅਬਦੁੱਲਾ ਜੀ। ਸਤਿਗੁਰਾਂ ਦੇ ਪੁਰਾਣੇ ਜਨਮਾਂ ਦੇ ਸੇਵਕ ਨੇ। ਸਤਿਗੁਰਾਂ ਨੇ ਇਹਨਾਂ ਨੂੰ ਕੋਲ ਸੱਦਿਆ, ਔਰ ਐਵੇਂ ਨਹੀਂ ਸੱਦਿਆ ਸਾਧ ਸੰਗਤ ਜੀ, ਹਾਥੀ ਦੇ ਕੇ ਸਤਿਗੁਰਾਂ ਨੇ ਸੱਦਿਆ ਸੀਗਾ। ਇੱਕ ਹਾਥੀ ਪੱਕਾ ਹੀ ਮਹਾਰਾਜ ਨੇ ਦਿੱਤਾ ਸੀ, ਉਹ ਅੱਗੇ ਜਾ ਕੇ ਪ੍ਰਸੰਗ ਆਏਗਾ। ਸੋ ਸੁਨ ਅਬਦੁਲ ਢਾਡੀ ਚਲ ਆਇਓ। ਮਹਾਰਾਜ ਨੇ ਸੰਦੇਸ਼ਾ ਭੇਜਿਆ। ਸੁਰ ਸਿੰਘ ਪਿੰਡ 'ਚ ਰਹਿੰਦੇ ਸਨ, ਜਿੱਥੇ ਅੱਜ ਬਾਬਾ ਬਿਧੀ ਚੰਦ ਜੀ ਦੀ ਕੁੱਲ ਰਹਿੰਦੀ ਨਾ, ਸੁਰ ਸਿੰਘ ਪਿੰਡ ਵਿੱਚ, ਉੱਥੇ ਰਹਿੰਦੇ ਸੀਗੇ ਜੀ। ਇਹਨਾਂ ਨੂੰ ਸੰਦੇਸ਼ਾ ਭੇਜਿਆ। ਜਦੋਂ ਇਹਨਾਂ ਨੂੰ ਪਤਾ ਲੱਗਾ, ਇਹ ਫਿਰ ਚੱਲ ਕੇ ਅਕਾਲ ਤਖਤ ਸਾਹਿਬ ਆਏ ਜੀ। ਹਾਂਜੀ, ਭਾਏ ਸੁਭੱਟ ਤਿੰਨ ਕੋ ਜਸ ਗਾਇਓ। ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ, ਤੇ ਗੁਰੂ ਹਰਗੋਬਿੰਦ ਸਾਹਿਬ ਪਤਾ ਇਹਨਾਂ ਨੂੰ ਕੀ ਕਹਿਣ ਲੱਗੇ? ਮਹਾਰਾਜ ਕਹਿਣ ਲੱਗੇ, ਸਾਡੇ ਸਿੱਖ ਯੋਧੇ ਨੇ, ਸੂਰਮੇ ਨੇ, ਢਿੱਲੀਆਂ ਗੱਲਾਂ ਨਹੀਂ ਸੁਣਾਉਣੀਆਂ ਇਹਨਾਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਭਾਏ ਸੁਭੱਟ
ਤਿਨ ਕੋ ਜਸ ਗਾਇਓ। ਜਿਹੜੇ ਯੋਧੇ ਹੋਏ ਨੇ, ਜਿਹੜੇ ਸੂਰਮੇ ਹੋਏ ਨੇ, ਉਹਨਾਂ ਦਾ ਜਸ ਇਹਨਾਂ ਨੂੰ ਸੁਣਾਇਆ ਕਰੋ। ਜਿਹੜੇ ਜੰਗ 'ਚ ਲੜਦੇ ਰਹੇ ਆ, ਜਿਨ੍ਹਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ, ਉਹਨਾਂ ਦੀਆਂ ਗੱਲਾਂ ਸੁਣਾਇਆ ਕਰੋ। ਹਾਂਜੀ, ਜਿਸ ਕੇ ਸੁਨਤ ਵੀਰ ਰਸ ਜਾਗੇ। ਜਿਨ੍ਹਾਂ ਗੱਲਾਂ ਨੂੰ ਸੁਣਿਆ ਵੀਰ ਰਸ ਜਾਗੇ ਅੰਦਰੋਂ, ਉਹ ਗੱਲਾਂ ਸੁਣਾਉਣੀਆਂ। ਮੈਂ ਪਹਿਲਾਂ ਹੀ ਬੇਨਤੀ ਕੀਤੀ, ਗੱਲਾਂ ਦਾ ਬੜਾ ਅਸਰ ਹੈਗਾ ਜੇ। ਗੱਜ ਕੇ ਆਖੋ ਹਾਂਜੀ, ਗੱਲਾਂ ਦਾ ਬੜਾ ਅਸਰ ਹੈਗਾ ਜੀ। ਕੋਈ ਬੰਦਾ ਥੋੜਾ ਜਿਹਾ ਢਿੱਲਾ ਬਿਮਾਰ ਹੈ, ਉਹਨੂੰ ਕਹੋ ਨਾ ਨਾ ਤੈਨੂੰ ਕੱਖ ਨਹੀਂ ਹੋਇਆ, ਤੂੰ ਚੜ੍ਹਦੀ ਕਲਾ 'ਚ, ਉੱਠ ਉੱਠ ਕੇ ਸੇਵਾ ਕਰ, ਉਹ ਇੰਨੇ 'ਚ ਹੀ ਚੜ੍ਹਦੀ ਕਲਾ 'ਚ ਹੋ ਜਾਂਦਾ ਜੀ। ਹਾਂਜੀ, ਤੇ ਕੋਈ ਥੋੜਾ ਜਿਹਾ ਢਿੱਲਾ, ਤੁਹਾਨੂੰ ਕਿਹੜਾ ਨਾ ਨਾ ਹਿੱਲੀ ਨਾ ਕਹਿੰਦੇ, ਜੇ ਤੂੰ ਹਿੱਲਿਆ ਤੇ ਬਿਮਾਰ ਹੋ ਜਾਏਗਾ, ਤਾਂ ਵਿਚਾਰਾ ਢਿੱਲਾ ਹੋ ਜਾਂਦਾ ਜੀ। ਹਾਂਜੀ, ਕਰੋਨਾ ਕੀ ਹੈ ਜੀ, ਉਹ ਅਗਲੇ ਨੂੰ ਡਰਾ ਹੀ ਇਹਨਾਂ ਤੋਂ ਗੱਲਾਂ ਕਰ ਕਰਕੇ ਵੀ ਬੰਦਾ ਢਿੱਲਾ ਹੋ ਜਾਂਦਾ ਜੀ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ, ਇਹਨਾਂ ਸਾਡੇ ਸਿੱਖਾਂ ਨੂੰ ਉਹ ਗੱਲਾਂ ਸੁਣਾਉਣੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਇਹਨਾਂ ਵਿੱਚ ਵੀਰ ਰਸ ਜਾਗੇ, ਵੀਰ ਰਸ। ਹਾਂਜੀ, ਕਾਇਰ ਸੋ ਪੇ ਲਰੇ ਨਹਿ ਭਾਗੇ। ਐਸੇ ਬਚਨ ਸੁਣਾਉਣੇ ਨੇ ਇਹਨਾਂ ਨੂੰ, ਜਿਹੜੇ ਡਰਾਕਲ ਨੇ ਨਾ, ਉਹ ਵੀ ਸੂਰਮੇ ਬਣ ਜਾਣ, ਉਹ ਵੀ ਸੂਰਮੇ ਬਣ ਜਾਣ। ਗੱਲਾਂ ਦਾ ਅਸਰ ਹੈ ਜੀ। ਹਾਂਜੀ, ਨਿਜ ਸੁਪਟਾਨ ਸੁਨਾਵਨ ਕਾਰਨ। ਕਰੈ ਜੰਗ ਜੈਸੇ ਵੱਡਦਾਰਨ। ਸੋ ਆਪਣੇ ਸੂਰਮਿਆਂ ਨੂੰ, ਯੋਧਿਆਂ ਦੀਆਂ ਵਾਰਾਂ ਸੁਣਾਉਣ ਵਾਸਤੇ ਗਰੀਬ ਨਵਾਜ਼ ਜੀ ਨੇ, ਤਾਂ ਕਿ ਇਹਨਾਂ 'ਚ ਜੰਗ ਯੁੱਧ ਦਾ ਚਾਅ ਪੈਦਾ ਹੋਵੇ। ਹਾਂਜੀ, ਅਬਦੁਲ ਕੋ ਚਾਕਰ ਕਰ ਰਾਖਿਓ। ਅਬਦੁਲ ਨੂੰ ਤੇ ਉਹਦੇ ਭਰਾ ਨੱਥੇ ਨੂੰ ਪੱਕਾ ਹੀ ਨੌਕਰੀ ਤੇ ਰੱਖ ਲਿਆ। ਗੱਜ ਕੇ ਆਖੋ ਵਾਹਿਗੁਰੂ। ਵੀ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਸ ਗਾਉਣਾ। ਢਾਡੀ ਰੱਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਗੁਰੂ ਅਰਜਨ ਸਾਹਿਬ ਜੀ ਤੱਕ ਰਾਗੀ ਚੱਲਦੇ ਆਏ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਵਾਧਾ ਹੋ ਗਿਆ, ਰਾਗੀਆਂ ਦੀ ਥਾਂ ਤੇ ਢਾਡੀ ਵੀ ਚੱਲੇ ਜੀ ਫਿਰ ਜੀ। ਹਾਂਜੀ, ਦਰਬ ਦਿਵਾਏ ਮਸੰਦਨ ਭਾਖਿਓ। ਸੋ ਦਰਬ ਦਿਵਾਏ ਮਸੰਦਨ ਭਾਖਿਓ। ਧਨ ਦਿੱਤਾ ਮਹਾਰਾਜ ਨੇ ਉਹਨਾਂ ਨੂੰ, ਮਸੰਦਾਂ ਨੂੰ ਆਖਿਆ ਇਹਨਾਂ ਨੂੰ ਮਾਇਆ ਦੇਣੀ ਹੈ, ਇਹਨਾਂ ਦਾ ਇਹੋ ਹੀ ਕੰਮ ਹੈ, ਇਹਨਾਂ ਨੇ ਯੋਧਿਆਂ ਦੀਆਂ ਗੱਲਾਂ ਸੁਣਾਉਣੀਆਂ ਨੇ। ਹਾਂਜੀ, ਬਲੀ ਤੁਰੰਗ ਦਿਓ ਹਿਤ ਚਰਬੇ। ਹਾਂਜੀ, ਸੋ ਭਟਨ ਵਾਰ ਸੁਨਾਵਨ ਕਰਬੇ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਫਿਰ ਬਲਵਾਨ ਘੋੜੇ ਵੀ ਦਿੱਤੇ ਜੀ। ਘੋੜੇ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਸੁਭਟਨ ਵਾਰ ਸੁਨਾਵਨ ਕਰਬੇ, ਔਰ ਇਹ ਆਖਿਆ ਯੋਧਿਆਂ ਦੀਆਂ ਵਾਰਾਂ ਸੁਣਾਇਆ ਕਰੋ। ਹਾਂਜੀ, ਇਮ ਦਿਨ ਪ੍ਰਤ ਗੁਰ ਸੈਨ ਸਕੇਲੇ। ਇਸ ਤਰੀਕੇ ਨਾਲ ਦਿਨੋ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਫੌਜ ਹੈ ਨਾ, ਉਹ ਵੱਡੀ ਹੁੰਦੀ ਜਾਂਦੀ ਹੈ। ਹਾਂਜੀ, ਸੰਗਤ ਗਨ ਪਹੁੰਚੈ ਕਰ ਮੇਲੇ। ਬਹੁਤ ਸੰਗਤ ਮੇਰੇ ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਹਾਂਜੀ, ਵਧਿਓ ਸਮਾਜ ਅਨਿਕ ਸਭ ਭਾਂਤੀ। ਹਾਂਜੀ, ਸੁਨ ਪਿਖ ਮਾਤਾ ਸੀਤਲ ਛਾਤੀ। ਬੜੀਆਂ ਫੌਜਾਂ ਵੱਧ ਗਈਆਂ, ਸਮਾਨ ਵੱਧ ਗਿਆ, ਤੇ ਮਾਤਾ ਗੰਗਾ ਜੀ ਰੋਜ਼ ਖੁਸ਼ ਹੋਇਆ ਕਰਨ ਜੀ। ਹਾਂਜੀ, ਆਏ ਉਪਾਇਨ ਪੂਜਾ ਹੋਤੇ। ਵੱਡ ਪੀਰਨ ਕੇ ਪੀਰ ਉਦੋਤੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੱਡੇ ਵੱਡੇ ਪੀਰ ਵੀ ਆ ਕੇ ਮੱਥਾ ਟੇਕਣ ਲੱਗ ਪਏ। ਗੱਜ ਕੇ ਆਖੋ। ਪੀਰਾਂ ਦੇ ਪੀਰ ਬਣੇ ਗੁਰੂ ਹਰਗੋਬਿੰਦ ਸਾਹਿਬ। ਸਿੰਧੂ ਆ ਕੇ ਪੂਜਾ ਕਰਦੇ ਆ, ਸਿੱਖ ਵੀ ਮੱਥੇ ਟੇਕਦੇ ਆ, ਮੁਸਲਮਾਨ ਵੀ ਉਹਨਾਂ ਦੇ ਚਰਨਾਂ 'ਚ ਆ ਕੇ ਝੁਕਦੇ। ਗੁਰੂ ਹਰਗੋਬਿੰਦ ਸਾਹਿਬ ਹੈ ਹੀ ਇੰਨੇ ਵੱਡੇ ਨੇ। ਚੜ੍ਹੈ ਸੈਨ ਸੰਗ ਸੁਭਟ ਪਰਬੀਨ। ਮਹਾਰਾਜ ਗਰੀਬ ਨਵਾਜ਼ ਫਿਰ ਫੌਜਾਂ ਲੈ ਕੇ ਨਾ, ਜਿਹੜੇ 400 ਆਏ ਆ, ਉਹਨਾਂ ਨੂੰ ਨਾਲ ਲੈ ਕੇ ਫਿਰ ਕਦੀ ਕਦੀ ਜਾਂਦੇ ਵੀ ਨੇ। ਹਾਂਜੀ, ਇਹ ਮੀਰਨ ਕੀ ਮੀਰੀ ਲੀਨ। ਇਹ ਹੈ ਮੀਰੀ। ਬਾਦਸ਼ਾਹਤ ਵਰਗਾ ਠਾਠ ਬਾਠ ਰੱਖ ਲਿਆ। ਬਾਦਸ਼ਾਹਾਂ ਦੀ ਮਾਨੋ ਬਾਦਸ਼ਾਹੀ ਲੈਣ ਦਾ ਕਾਰਜ ਸੀਗਾ ਮਹਾਰਾਜ ਦਾ। ਹਾਂਜੀ, ਆਏ ਅਕੋਰੈ ਸ਼ਸਤਰ ਤੁਰੰਗ। ਅਧਿਕ ਚੰਮੂ ਬ੍ਰਿਧਤ ਚੜ ਸੰਗ। ਸੋ ਕੱਲ ਤੇ ਆਏ ਸੀ 400, ਅੱਜ ਹੋਰ ਆ ਗਏ ਜੀ, ਹੋਰ ਆ ਗਏ ਜੀ। ਦਿਨੋਂ ਦਿਨ ਸਤਿਗੁਰਾਂ ਦੀਆਂ ਫੌਜਾਂ ਵਿੱਚ ਵਾਧਾ ਹੋ ਰਿਹਾ। ਹਾਂਜੀ, ਚਲਤ ਅਗਾਰੀ ਬੱਜੈ ਨਿਸ਼ਾਨਾ। ਲਓ ਜੀ, ਮਹਾਰਾਜ ਅੱਗੇ ਅੱਗੇ ਜਾਂਦੇ ਆ
ਤੇ ਨਿਸ਼ਾਨ ਵੀ ਹੈ ਤੇ ਨਗਾਰਾ ਵੀ ਵੱਜਦਾ ਹੈ ਜੀ। ਹਾਂਜੀ, ਝੰਡਾ ਝੂਲਤ ਖਰੋ ਮਹਾਨਾ, ਝੰਡਾ ਝੂਲਦਾ ਜਾਂਦਾ ਜੀ ਅੱਗੇ ਅੱਗੇ ਜੀ। ਹਾਂਜੀ, ਦਿਨ ਪ੍ਰਤ ਉਸਤਵ ਹੋਤ ਨਵੀਨੇ, ਦਿਨੋਂ ਦਿਨ ਰੋਜ਼ ਨਵਾਂ ਹੀ ਉਤਸਵ ਹੋਣਾ, ਨਵਾਂ ਹੀ ਚਾਅ। ਹਾਂਜੀ, ਵੱਡੇ ਭਾਗ ਜਿਨ ਦੇਖਣ ਕੀਨੇ, ਗੱਜ ਕੇ ਆਖੋ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੱਡੇ ਭਾਗ ਉਹਨਾਂ ਸਿੱਖਾਂ ਦੇ ਜਿਨ੍ਹਾਂ ਨੇ ਮੇਰੇ ਸਤਿਗੁਰੂ ਦੇ ਐਸੇ ਸਮੇਂ 'ਚ ਦਰਸ਼ਨ ਕੀਤੇ ਜੀ। ਹਾਂਜੀ, ਦੀਪ ਮਾਲਕਾ ਬਹਰੋ ਆਈ, ਫਿਰ ਦੀਵਾਲੀ ਆ ਗਈ ਜੀ, ਦੀਵਾਲੀ। ਹਾਂਜੀ, ਚਾਹੋਂ ਦਿਸ਼ ਤੇ ਸੰਗਤ ਉਮੜਾਈ, ਚਾਰੇ ਪਾਸਿਆਂ ਤੋਂ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਆਉਣ ਲੱਗ ਪਈਆਂ। ਤੁਸੀਂ ਸੁਣਿਆ ਕਥਾ 'ਚ ਗੁਰੂ ਅਰਜਨ ਦੇਵ ਜੀ ਦਾ ਬਚਨ ਸੀਗਾ, ਵਿਸਾਖੀ ਤੇ ਦੀਵਾਲੀ ਨੂੰ ਜ਼ਰੂਰ ਆਇਆ ਕਰਨਾ ਤੁਸੀਂ ਸਾਰਿਆਂ ਨੇ। ਸੋ ਚਾਰੇ ਪਾਸਿਆਂ ਤੋਂ ਸੰਗਤਾਂ ਆ ਗਈਆਂ। ਹਾਂਜੀ, ਮੱਜਨ ਕਰਹਿ ਸੁਧਾ ਸਰ ਮੇਲੇ, ਨਾਲੇ ਤੇ ਦੀਵਾਲੀ ਤੇ ਕਰਦੇ ਇਸ਼ਨਾਨ, ਨਾਲੇ ਮਿਲਦੇ ਇੱਕ ਦੂਜੇ ਨੂੰ ਜੀ। ਹਾਂਜੀ, ਖਸ਼ਟਮ ਸਤਿਗੁਰ ਪਿਖੈ ਸੁਹੇਲੇ, ਤੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ ਜੀ। ਹਾਂਜੀ, ਬਾਜੀ ਬਸਤਰ ਭੇਟ ਲੈ ਹਰਖਤ, ਹਾਂਜੀ, ਜਾਂ ਤੇ ਲਿਆਵਤ ਨੀਕੇ ਪਰਖਤ, ਸਿੱਖ ਪਰਖ ਪਰਖ ਕੇ ਵਧੀਆ ਘੋੜਾ ਲੈ ਕੇ ਆਉਂਦੇ ਆ, ਸ਼ਸਤਰ ਲੈ ਕੇ ਆਉਂਦੇ ਆ ਸਤਿਗੁਰਾਂ ਦੀ ਖੁਸ਼ੀ ਲੈਣ ਵਾਸਤੇ। ਹਾਂਜੀ, ਪ੍ਰਿਥਕ ਹੋਤ ਪੂਜਾ ਹਰਮੰਦਰ, ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਦੀ ਪੂਜਾ ਹੁੰਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਸੰਗਤ ਜੀ, ਹਰਮੰਦਰ ਸਾਹਿਬ ਨੂੰ ਕਿੰਨਾ ਵੱਡਾ ਮਾਣ ਹੈ ਜੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਰੀਰ ਕਰਕੇ ਬੈਠੇ ਨੇ, ਗੁਰੂ ਨੇ, ਮਾਲਕ ਨੇ, ਪਰਮੇਸ਼ਰ ਨੇ, ਫਿਰ ਵੀ ਅੰਦਰ ਹਰਮੰਦਰ ਸਾਹਿਬ ਦੀ ਪੂਜਾ ਹੁੰਦੀ ਹੈ। ਪੂਜਾ ਕੀ ਹੈ? ਇਸ਼ਨਾਨ ਪਾਨ, ਉੱਥੇ ਬਾਣੀ ਪੜ੍ਹਨੀ, ਜੋਤ ਜਗਾਉਣੀ, ਇਹ ਪੂਜਾ ਹੈ ਜੀ ਉੱਥੋਂ ਦੀ। ਹਾਂਜੀ, ਬੈਠੇ ਹੈ ਤਖਤ ਆਪ ਬਨ ਸੁੰਦਰ, ਸੋ ਮਹਾਰਾਜ ਪਹਿਲਾਂ ਤੇ ਅੰਦਰ ਜਾਂਦੇ ਆ, ਨਮਸਕਾਰ ਕਰਦੇ ਆ, ਫਿਰ ਬਾਹਰ ਤਖਤ ਉੱਤੇ ਆ ਕੇ ਬੈਠਦੇ ਅਕਾਲ ਤਖਤ ਸਾਹਿਬ ਤੇ ਜੀ। ਹਾਂਜੀ, ਗਨ ਮਸੰਦ ਸੰਗਤ ਸੰਗ ਲੀਨੇ, ਬੰਧਨ ਕਰੈ ਦਰਸ ਚਿਤ ਦੀਨੇ। ਬਹੁਤ ਮਸੰਦ ਸਿੱਖ ਸੰਗਤਾਂ ਦੀਵਾਲੀ ਵਾਲਾ ਦਿਨ ਹੈ, ਆ ਕੇ ਮੱਥਾ ਟੇਕ ਰਹੀਆਂ, ਪੇਟਾਵਾਂ ਰੱਖ ਰਹੀਆਂ ਜੀ। ਹੁਣ ਵੀ ਨਾ ਜੀ ਦੀਵਾਲੀ ਤੇ ਸ਼ਾਮ ਨੂੰ ਦੀਵਾਨ ਸੱਜਦਾ ਜੀ। ਜਿਨ੍ਹਾਂ ਸੰਗਤਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੋਣਾ, ਅੱਜ ਵੀ ਦੀਵਾਲੀ ਤੇ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਅਕਾਲ ਤਖਤ ਸਾਹਿਬ ਨਿਹੰਗ ਸਿੰਘ ਜਥੇਬੰਦੀਆਂ ਆ ਕੇ ਦੀਵਾਨ ਲਾਉਂਦੀਆਂ ਨੇ ਜੀ। ਉੱਥੇ ਸਵਈਏ ਪੜ੍ਹਦੇ, ਕਬਿੱਤ ਪੜ੍ਹਦੇ ਸਤਿਗੁਰਾਂ ਦੀ ਉਸਤਤ ਦੇ, ਬੁੱਢਾ ਦਲ, ਤਰਨਾ ਦਲ, ਵਿਧੀ ਚੰਦਗੇ, ਬੜੇ ਬੜੇ ਗੁਰਸਿੱਖ ਆਉਂਦੇ ਜੀ ਉੱਥੇ। ਅੱਜ ਵੀ ਦੀਵਾਨ ਸੱਜਦਾ ਜੀ ਦੀਵਾਲੀ ਵਾਲੀ ਸ਼ਾਮ ਨੂੰ ਜੀ। ਹਾਂਜੀ, ਦੱਖਣ ਦਿਸ਼ ਤੇ ਕਿਸ ਮਹਿਪਾਲਾ, ਦੱਖਣ ਦੇ ਦੇਸ਼ ਵਿੱਚ ਇੱਕ ਰਾਜਾ ਰਹਿੰਦਾ ਹੈ ਜੀ। ਦੱਖਣ ਦੇਸ਼ ਵਿੱਚ ਆ ਮੁੰਬਈ ਮਹਾਰਾਸ਼ਟਰ ਵਾਲੇ ਪਾਸੇ ਜੀ। ਇੱਕ ਗਜ ਭੇਜਿਓ ਬਲੀ ਵਿਸਾਲਾ, ਉਸ ਰਾਜੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਇੱਕ ਬੜਾ ਬਲੀ ਹਾਥੀ ਭੇਜਿਆ ਜੀ। ਕੀ ਭੇਜਿਆ? ਹਾਥੀ। ਹਾਂਜੀ, ਸ਼ਸਤਰ ਤੁਰੰਗ ਬ੍ਰਿੰਦ ਤਬ ਆਏ, ਹਾਂਜੀ, ਪੁਰੇ ਭਾਵਨੀ ਗੁਰ ਅਪਰਾਏ। ਸ਼ਸਤਰ ਤੁਰੰਗ ਬ੍ਰਿੰਦ ਤਬ ਆਏ, ਫਿਰ ਸ਼ਸਤਰ ਬਹੁਤ ਘੋੜੇ, ਉਹਨੇ ਹੋਰ ਵੀ ਕਈ ਕੁਝ ਭੇਜਿਆ। ਗੁਰੂ ਸਾਹਿਬ ਨੇ ਉਹਦੀ ਭਾਵਨਾ ਪੂਰੀ ਕੀਤੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪ ਤਾਂ ਨਹੀਂ ਉਹ ਰਾਜਾ ਆਇਆ, ਪਰ ਉਹਨੇ ਸਮਾਨ ਭੇਜਿਆ ਜੀ ਮਹਾਰਾਜ ਨੂੰ। ਹਾਂਜੀ, ਸ੍ਰੀ ਹਰਗੋਬਿੰਦ ਹਿਰਦੇ ਵਿਚਾਰੈ, ਸਿੱਖਨ ਬਿਖੈ ਰੀਤ ਅਬ ਡਾਰੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਚਾਰ ਕੀਤੀ ਵੀ ਸਿੱਖਾਂ ਵਿੱਚ ਇੱਕ ਰੀਤ ਪੈਦਾ ਕਰ ਦਈਏ। ਹਾਂਜੀ, ਤਿਸ ਕਾਰਨ ਤੇ ਬਾਕ ਉਚਾਰਾ, ਮਹਾਰਾਜ ਨੇ ਬਚਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਹਾਂਜੀ, ਗੁਰੂ ਪਿਤਾ ਹਿਤ ਕੀਜਹਿ ਤਿਆਰਾ। ਮਹਾਰਾਜ ਕਹਿਣ ਲੱਗੇ ਸਾਡੇ ਪਿਤਾ ਜੀ ਨੂੰ ਯਾਦ ਕਰਕੇ ਨਾ ਕੁਝ ਵਸਤੂਆਂ ਸਿੱਖਾਂ ਨੂੰ ਦਿਓ। ਕਹਿਣ ਲੱਗੇ ਕਿਹੜੀਆਂ ਕਿਹੜੀਆਂ, ਉਹ ਸੁਣੋ। ਇੱਕ ਹਾਥੀ ਅਰ ਪੰਚ ਤੁਰੰਗ, ਇੱਕ ਹਾਥੀ ਤੇ 5 ਘੋੜੇ। ਹਾਂਜੀ, ਸ਼ਸਤਰ ਬਸਤਰ ਬਹੁ ਵਿਦਕ ਸੰਗ, ਕਾਠੀ ਪਾਈ ਹੋਵੇ, ਸ਼ਸਤਰ ਬਸਤਰ ਨਾਲ ਸੱਜੇ ਹੋਣ। ਹਾਂਜੀ, ਖਰੇ ਹੋਏ ਕਰ ਤਖਤ ਅਗਾਰੀ। ਇਹ ਸਾਡੇ ਪਿਤਾ ਜੀ ਦਾ ਨਾਮ ਲੈ ਕੇ ਦੇਣੀ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਨਾਮ ਲੈ ਕੇ ਸਿੱਖਾਂ 'ਚ ਵੰਡਣੀਆਂ ਸੀ ਜੀ।
ਇੱਕ ਰੀਤ ਪਾਈ ਮਹਾਰਾਜ ਨੇ ਜੀ। ਹਾਂਜੀ। पिता ध्यान को धर तिस बारी, लेकर हुक्म खरो गुरदास। 5 ਘੋੜੇ ਤਿਆਰ ਕਰਕੇ, ਇੱਕ ਹਾਥੀ ਤਿਆਰ ਕਰਕੇ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਸਤਿਗੁਰੂ ਖਲੋ ਗਏ ਜੀ। ਬਾਬਾ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਅਰਦਾਸ ਕੀਤੀ ਜੀ। ਹਾਂਜੀ। ਕਹਿ ਗੁਰ ਨਾਮ ਕੀਨ ਅਰਦਾਸ। ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਦਾ ਸੋਹਣਾ ਨਾਮ ਲੈ ਕੇ ਨਾ ਅਰਦਾਸ ਕੀਤੀ ਜੀ ਉਹਨਾਂ ਨੇ। ਹਾਂਜੀ। ਅਰਪੀ ਵਸਤੂ ਲੀਨ ਸੰਭਾਰੀ, ਗਜ ਢਾਡੀ ਕੋ ਹਿਤ ਅਸਵਾਰੀ। ਤੇ 5 ਘੋੜੇ ਤੇ ਇੱਕ ਹਾਥੀ ਸਿੱਖਾਂ ਨੂੰ ਦਿੱਤਾ ਜੀ। ਹਾਂਜੀ। ਲੈ ਤਿਨ ਸੁਜਸ ਗੁਰੂ ਕੋ ਕਰਿਓ, ਤੀਨ ਲੋਕਪਤ ਪ੍ਰਭੂ ਅਵਤਰਿਓ। ਉਹ ਜਿਹੜਾ ਹਾਥੀ ਹੈ ਨਾ, ਉਹ ਤੇ ਸਤਿਗੁਰੂ ਜੀ ਨੇ ਭਾਈ ਅਬਦੁੱਲਾ ਜੀ ਨੂੰ ਦਿੱਤਾ ਜੀ, ਢਾਡੀ ਨੂੰ ਜੀ। ਅੱਜ ਕੇ ਆਖੋ ਵਾਹਿਗੁਰੂ। ਉਹ ਜਿਹੜਾ ਦੱਖਣ ਦੇਸ਼ ਦੇ ਰਾਜੇ ਨੇ ਭੇਜਿਆ ਸੀਗਾ, ਹਾਥੀ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਹਾਥੀ ਦਿਓ ਇਹਨਾਂ ਨੂੰ। ਹਾਥੀ ਰਾਜੇ ਮਹਾਰਾਜਿਆਂ ਦੀ ਸਵਾਰੀ ਹੁੰਦੀ ਸੀਗੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਜਿਹੜਾ ਹਾਥੀ ਸੀ ਨਾ, ਰਾਜੇ ਮਹਾਰਾਜੇ ਹਾਥੀਆਂ ਤੇ ਸਜਦੇ ਸੀ, ਮਹਾਰਾਜ ਨੇ ਢਾਡੀਆਂ ਨੂੰ ਸਜਾਇਆ ਜੀ ਹਾਥੀਆਂ ਤੇ ਜੀ। ਕਿੰਨਾ ਸਤਿਕਾਰ ਕੀਤਾ ਸਤਿਗੁਰੂ ਜੀ ਨੇ ਜੀ। ਘੋੜੇ ਸਿੱਖਾਂ ਨੂੰ ਦਿੱਤੇ ਜੀ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਬਾਹਰ ਗਏ ਸਤਿਗੁਰ ਹਰਮੰਦਰ। ਉਹਨਾਂ ਮਹਾਰਾਜ ਦੀ ਬੜੀ ਤਾਰੀਫ ਕੀਤੀ, ਸੱਚੇ ਪਾਤਸ਼ਾਹ ਤੁਸੀਂ ਤੇ ਰੱਬ ਹੀ ਹੋ ਮਹਾਰਾਜ। ਉਹ ਭੇਟਾ ਕਰਕੇ ਸੱਚੇ ਪਾਤਸ਼ਾਹ ਹਰਮੰਦਰ ਸਾਹਿਬ ਗਏ ਜੀ। ਬਸਤਰ ਤੁਰੰਗ ਦੀਏ ਬਹੁਤ ਸੁੰਦਰ, ਸ਼੍ਰੀ ਮੁਖ ਤੇ ਫੁਰਮਾਵਨ ਕੀਨੇ। ਅੰਦਰ ਜਾ ਕੇ ਮਹਾਰਾਜ ਨੇ ਸਿੱਖਾਂ ਨੂੰ ਕੱਪੜੇ ਦਿੱਤੇ ਜੀ। ਬਾਹਰ ਆ ਕੇ ਘੋੜੇ ਵੰਡੇ ਜੀ। ਤੇ ਮਹਾਰਾਜ ਨੇ ਨਾ ਇਹ ਕਾਰਜ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਇਸ ਤਰ੍ਹਾਂ ਆਖਿਆ, ਜੋ ਇਹ ਰੀਤ ਕਰੈ ਸਿੱਖ ਚੀਨੇ। ਮਹਾਰਾਜ ਕਹਿਣ ਲੱਗੇ ਤੁਹਾਡੇ ਵਿੱਚ ਨਾ ਇੱਕ ਨਵੀਂ ਰੀਤ ਪਾ ਦਿੱਤੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਕਿਹੜੀ ਰੀਤ? ਹਾਂਜੀ। ਅਰਪਹਿ ਵਸਤ ਜੇ ਮਿਰਤਕ ਪਿਸ਼ਾਰੀ। ਕੋਈ ਸਰੀਰ ਤਿਆਗ ਦਵੇ, ਉਹਦੀ ਯਾਦ ਵਿੱਚ ਤੁਸੀਂ ਵਸਤਰ ਭੇਟਾ ਕਰੋ, ਕੁਝ ਵੀ ਭੇਟਾ ਕਰੋ। ਹਾਂਜੀ। ਹੋਏ ਆਖੈ ਫਲ ਬਹੁਤ ਇਸ ਬਾਰੀ। ਤੇ ਗੁਰੂ ਸਾਹਿਬ ਦਾ ਧਿਆਨ ਧਰ ਕੇ ਅਰਦਾਸ ਕਰੋ, ਉਹਨੂੰ ਫਲ ਮਿਲੇਗਾ। ਕਹਿਣ ਲੱਗੇ ਇਹ ਭਲਾ ਹੀ ਹੈ ਜੀ। ਦਾਨ ਪੁੰਨ ਕਰਨਾ, ਕਿਸੇ ਬਹਾਨੇ ਦਾਨ ਕਰ ਦੇਣਾ ਬੜੀ ਭਲੀ ਗੱਲ ਹੈ ਜੀ, ਪਰ ਦਿਓ ਲੋੜ ਵਾਲੀ ਥਾਂ ਤੇ ਜੀ। ਹਾਂਜੀ। ਪ੍ਰਾਪਤ ਸੁਖ ਪਰਲੋਕ ਮਝਾਰਾ, ਮਿਟੇ ਸਜ਼ਾਏ ਅਗੀ ਹੋਏ ਭਾਰਾ। ਹਾਂਜੀ। ਕਰਹਿ ਰੀਤ ਸਿੱਖ ਹੋਇ ਜੇ ਹਮਾਰੋ, ਹਾਂਜੀ। ਜਥਾ ਸ਼ਕਤ ਅਰਪੈ ਸੁਖ ਭਾਰੋ। ਜਿਹੜੇ ਸਾਡੇ ਸਿੱਖ ਨੇ, ਜੇ ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਕਰਨਗੇ ਉਹਨਾਂ ਨੂੰ ਸੁਖ ਪ੍ਰਾਪਤ ਹੋਏਗਾ। ਇਸੇ ਕਰਕੇ ਕਈ ਆਪਣੇ ਬਜ਼ੁਰਗਾਂ ਦੇ ਨਾਮ ਤੇ ਕੁਝ ਚੜਾ ਦਿੰਦੇ ਆ, ਕੁਝ ਚੜਾ ਦਿੰਦੇ ਆ। ਕਈ ਸਾਡੇ ਗਿਆਨੀ ਇਸ ਗੱਲ ਤੇ ਬੜੀ ਕਿੰਤੂ ਪਰੰਤੂ ਕਰਦੇ, ਉਹਨਾਂ ਨੂੰ ਪਤਾ ਨਹੀਂ ਕਿਉਂ ਦੁੱਖ ਹੁੰਦਾ ਹੈ ਜੀ। ਭਲਾ ਹੀ ਹੈ, ਜੇ ਕੋਈ ਦਾਨ ਪੁੰਨ ਕਰਦਾ ਹੈ ਤੇ ਭਲਾ ਹੀ ਹੈ ਸਾਧ ਸੰਗਤ ਜੀ, ਮਾੜੀ ਗੱਲ ਨਹੀਂ ਹੈਗੀ ਹੈ। ਨਿਜ ਪਿਤ ਹਿਤ ਕੇ ਮਿਸ ਬਿਦਤਾਈ। ਮਹਾਰਾਜ ਕਹਿਣ ਲੱਗੇ ਇਹ ਤਾਂ ਅਸੀਂ ਆਪਣੇ ਪਿਤਾ ਜੀ ਦਾ ਬਹਾਨਾ ਹੀ ਬਣਾਇਆ। ਪਿਤਾ ਜੀ ਦੀ ਯਾਦ 'ਚ ਹਾਥੀ ਦਿੱਤਾ, ਘੋੜੇ ਦਿੱਤੇ ਆ, ਕੱਪੜੇ ਦਿੱਤੇ ਆ, ਇਹ ਤੇ ਬਹਾਨਾ ਹੀ ਬਣਾਇਆ। ਮਹਾਰਾਜ ਕਹਿੰਦੇ ਜਿਮ ਸਿੱਖਨ ਕੋ ਹੋਏ ਸੁਖਦਾਈ। ਅਸਲ ਵਿੱਚ ਸਿੱਖਾਂ ਵਿੱਚ ਰੀਤ ਪਾਉਣੀ ਸੀ, ਕਹਿਣ ਲੱਗੇ ਤਾਂ ਕਿ ਭਲਾ ਹੋਵੇ, ਸਿੱਖਾਂ ਦਾ ਭਲਾ ਹੋਵੇ, ਇਹਨਾਂ ਅੰਦਰ ਵੀ ਕੁਝ ਦੇਣ ਦੀ ਪ੍ਰਵਿਰਤੀ ਵਧੇ। ਹਾਂਜੀ। ਧੰਨ ਧੰਨ ਸਭ ਹੂਨ ਉਚਾਰੀ, ਮਹਾਬਲੀ ਸਤਿਗੁਰ ਉਪਕਾਰੀ। ਤੇ ਸਾਰੇ ਪਤਾ ਕੀ ਕਹਿਣ ਲੱਗੇ, ਧੰਨ ਹੋ ਮਹਾਰਾਜ ਤੁਸੀਂ। ਹੱਥ ਜੋੜੋ ਤੁਸੀਂ ਵੀ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਸ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਭਲਾ ਹੀ ਕਰਦੇ ਮਹਾਰਾਜ। ਹਾਂਜੀ। ਅਧਿਕ ਚਮੂ ਕੀਨੀ ਨਿਜ ਸੰਗ, ਬਖਸ਼ੇ ਅਯੁੱਧ ਬ੍ਰਿੰਦ ਤੁਰੰਗ। ਸੋ ਦਿਨੋਂ ਦਿਨ ਸਤਿਗੁਰਾਂ ਦੀ ਫੌਜ ਕਿਵੇਂ ਵੱਧਦੀ ਹੈ, ਹੁਣ ਉਹ ਕਥਾ ਸੁਣੋ। ਕਹਿਣ ਲੱਗੇ ਹਾਂਜੀ। ਦੋਹਰਾ
ਗੁਰੂ ਗਰੀਬ ਨਿਵਾਸ ਤਬ ਨਾਮ ਆਪਨ ਬਿਦਤਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੌਲੀ ਹੌਲੀ ਦਿਨੋਂ ਦਿਨ ਜਿਹੜਾ ਨਾਮ ਹੈ ਨਾ ਬਿਦਤਾਏ ਪ੍ਰਗਟ ਹੁੰਦਾ ਗਿਆ ਜੀ। ਹਾਂਜੀ। ਰਾਖੇ ਸੰਗ ਗਰੀਬ ਜਨ ਬਖਸ਼ਿਸ਼ ਦੇ ਵਡਿਆਏ। ਕੀ ਹੈ? ਗਰੀਬਾਂ ਨੂੰ ਕੋਲ ਰੱਖ ਕੇ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਜੀ। ਢਾਡੀਆਂ ਨੂੰ ਕੌਣ ਪੁੱਛਦਾ ਸੀਗਾ ਜੀ? ਕੋਈ ਨਹੀਂ ਸੀ ਪੁੱਛਦਾ ਜੀ। ਇਹ ਗੁਰੂ ਹੀ ਨੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਉਹਨਾਂ ਨੂੰ ਹੱਥ ਹੀ ਦਿੱਤੇ ਹੋਏ ਨੇ ਜੀ। ਚੜ ਕੇ ਆਇਆ ਕਰੋ। ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਸੀ ਉਹਨਾਂ ਨੂੰ ਫੌਜਾਂ 'ਚ ਰੱਖਿਆ ਮਹਾਰਾਜ ਨੇ, ਵੱਡੀਆਂ ਵੱਡੀਆਂ ਪਦਵੀਆਂ ਦਿੱਤੀਆਂ ਸਤਿਗੁਰਾਂ ਨੇ ਜੀ। ਹਾਂਜੀ। ਚੌਪਈ ਵਿਦਿਆ ਸ਼ਸਤਰਨ ਕੀ ਬਹੁ ਪਾਈ, ਤੁਪਕ ਚਲਾਏ ਤੁਰੰਗ ਤਵਾਈ, ਤੋਮਰ ਹਨੈ ਖਤੰਗ ਪ੍ਰਹਾਰੈ, ਹਿਤ ਅਖੇਰ ਬਨ ਜੀਵ ਸੰਘਾਰੈ। ਗਰੀਬ ਨਵਾਜ ਸੱਚੇ ਪਾਤਸ਼ਾਹ ਹਰ ਰੋਜ਼ ਕਦੀ 5 ਨੂੰ ਰੱਖਦੇ ਹੈ, ਕਦੀ 10 ਨੂੰ ਰੱਖਦੇ ਹੈ, ਕਦੀ 5 ਨੂੰ 15 ਨੂੰ ਰੱਖਦੇ ਹੈ। ਰੋਜ਼ ਹੀ ਸਿਪਾਹੀਆਂ ਦੀ ਰੋਜੀ ਰੋਟੀ ਲੱਗ ਰਹੀ ਹੈ ਜੀ। ਉਹਨਾਂ ਨੂੰ ਸ਼ਸਤਰਾਂ ਦੀ ਵਿੱਦਿਆ ਵੀ ਦਿੰਦੇ ਆ। ਘੋੜੇ ਭਜਾ ਕੇ ਬੰਦੂਕਾਂ ਚਲਾਉਣੀਆਂ, ਸ਼ਿਕਾਰ ਖੇਡਣੇ, ਤੌਂਸੇ ਵਜਾਉਣੇ ਅਤੇ ਬਹੁਤ ਤਰ੍ਹਾਂ ਦੇ ਸ਼ਸਤਰ ਚਲਾਉਣੇ। ਮਹਾਰਾਜ ਜੀ ਉਹਨਾਂ ਨੂੰ ਇਹ ਦਾਤ ਦਿੰਦੇ ਆ। ਸ਼ਸਤਰ ਵਿੱਦਿਆ ਬੜੀ ਨਿਰੋਗੀ ਰੱਖਦੀ। ਜੇ ਕਿਤੇ ਸਾਨੂੰ ਆ ਜਾਵੇ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਜਿਹਦੇ ਕੋਲ ਸ਼ਸਤਰ ਵਿੱਦਿਆ ਹੋਵੇ ਨਾ ਸਾਧ ਸੰਗਤ ਜੀ, ਉਹ ਨਿਰੋਗੀ ਰਹਿੰਦਾ ਹੈ ਜੀ। ਜਿਹਨੂੰ ਆ ਜਾਵੇ ਜੀ। ਆ ਜਿਹੜੇ ਗੱਤਕਾ ਖੇਡਦੇ ਆ, ਵੇਖੋ ਕਿਵੇਂ ਤੁਰਨਾ, ਕਿਵੇਂ ਉਹ ਸਾਡੇ ਕੋਲ ਤੇ ਕੋਈ ਚੱਕਰ ਹੀ ਨਹੀਂ ਘੁੰਮਣੇ ਜੀ। ਉਹ ਤਾਂ ਜਿਹੜੇ ਮੂੰਹ 'ਚੋਂ ਅੱਗ ਕੱਢਦੇ ਆ ਨਾ, ਮੂੰਹ ਤੋਂ ਅੱਗ ਕੱਢਦੇ ਆ, ਇੱਥੇ ਨਾਰੀਅਲ ਰੱਖ ਕੇ ਭੰਨਦੇ ਆ, ਬਰਫਾਂ ਤੋੜਦੇ ਆ, ਉਹ ਸ਼ਸਤਰ ਵਿੱਦਿਆ ਨਹੀਂ ਹੈਗੀ ਨਾ। ਉਹ ਸ਼ਸਤਰ ਵਿੱਦਿਆ ਦਾ ਅੰਗ ਹੀ ਹੈ। ਇਹ ਤੇ ਪਤਾ ਨਹੀਂ ਕਿੱਥੋਂ ਵੇਖ ਕੇ ਪੁੱਠੇ ਦੇ ਸਟੰਟ ਇਹਨਾਂ ਨੇ ਕੱਢ ਲਏ ਆ। ਇਹ ਸ਼ਸਤਰ ਵਿੱਦਿਆ ਨਹੀਂ ਹੈਗੀ। ਸ਼ਸਤਰ ਵਿੱਦਿਆ ਸੀ ਘੋੜਾ ਭਜਾਉਣਾ, ਸ਼ਸਤਰ ਵਿੱਦਿਆ ਸੀ ਤੀਰ ਚਲਾਉਣੇ, ਸ਼ਸਤਰ ਵਿੱਦਿਆ ਸੀ ਸ੍ਰੀ ਸਾਹਿਬਾਂ ਨਾਲ ਵਾਰ ਕਰਨਾ, ਤਲਵਾਰਾਂ ਦੇ ਵਾਰ ਕਰਨੇ ਤੇ ਰੋਕਣੇ। ਇਹਨੂੰ ਸ਼ਸਤਰ ਵਿੱਦਿਆ ਦਾ ਨਾਮ ਦਿੱਤਾ ਜਾਂਦਾ ਜੀ। ਤਾਂ ਜਿਹੜੇ ਹੁਣ ਸਟੰਟ ਕਰਦੇ ਆ, ਲੋਕ ਵੀ ਬੜੇ ਵਹਿੰਦੇ ਆ ਵੀ ਮੂੰਹੋਂ ਅੱਗ ਕੱਢਣ ਲੱਗਾ ਹੈ, ਉਹ ਸ਼ਸਤਰ ਵਿੱਦਿਆ ਨਹੀਂ ਹੈ। ਪਿੱਛੇ ਜੇ ਮੈਨੂੰ ਪਤਾ ਲੱਗਾ, ਉਹ ਇੱਥੇ ਰੱਖ ਕੇ ਨਾਰੀਅਲ ਕਰਨਾ ਸੀਗਾ, ਬੜਾ ਵੱਡਾ ਕੋਈ ਸ਼ਸਤਰ ਮਾਰਨਾ ਸੀਗਾ ਇੱਥੇ ਰੱਖ ਕੇ ਜੀ, ਤੇ ਅੱਖਾਂ ਤੇ ਪੱਟੀ ਬੰਨੀ ਜਿਹਨੇ ਮਾਰਨਾ ਜੀ। ਹਾਂਜੀ। ਉਹ ਨਾਰੀਅਲ ਖਿਸਕ ਗਿਆ, ਥੋੜਾ ਮਾਰਨਾ ਸੀਗਾ ਸੱਚ ਜੀ। ਹਾਂਜੀ। ਨਾਰੀਅਲ ਖਿਸਕ ਗਿਆ ਜੀ ਤੇ ਅੱਖਾਂ ਤੇ ਪੱਟੀ ਬੱਧੀ ਜੀ। ਉਹਨੇ ਉਹਦੇ ਮੱਥੇ ਤੇ ਮਾਰਤਾ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਜੀ। ਇਹ ਕੋਈ ਸ਼ਸਤਰ ਵਿੱਦਿਆ ਥੋੜ੍ਹੀ ਹੈਗੀ ਜੀ। ਹਾਂਜੀ। ਸਤਿਗੁਰਾਂ ਦੀ ਸ਼ਸਤਰ ਵਿੱਦਿਆ ਕੀ ਹੈ? ਵਿਦਿਆ ਸ਼ਸਤਰਨ ਕੀ ਬਹੁ ਪਾਈ, ਤੁਪਕ ਚਲਾਏ ਤਵੰਗ ਤਵਾਈ, ਤੁਰੰਗ ਤਵਾਈ। ਘੋੜਾ ਭੱਜ ਰਿਹਾ, ਪਹਿਲਾਂ ਘੋੜੇ ਨੂੰ ਭਜਾਉਣਾ, ਫਿਰ ਭੱਜਦੇ ਘੋੜੇ ਉੱਤੇ ਬੰਦੂਕ ਫੜ ਕੇ ਚਲਾਉਣੀ, ਵੈਰੀ ਨੂੰ ਮਾਰਨਾ। ਇਹ ਸ਼ਸਤਰ ਵਿੱਦਿਆ। ਨਿਸ਼ਾਨਾ ਕਿਵੇਂ ਲਾਉਣਾ। ਤੋਮਰ ਹਨਹਿ ਖਤੰਗ ਪ੍ਰਹਾਰੇ, ਤੀਰ ਕਿਵੇਂ ਮਾਰਨੇ ਆ, ਨੇਜੇ ਕਿਵੇਂ ਮਾਰਨੇ ਆ। ਇਹ ਸ਼ਸਤਰ ਵਿੱਦਿਆ ਸਤਿਗੁਰੂ ਆਪਣੇ ਸਿੱਖਾਂ ਨੂੰ ਸਿਖਾਉਂਦੇ ਆ। ਤੇ ਹੁਣ ਜੋ ਗੱਤਕਾ ਚੱਲਦਾ ਹੈ ਨਾ, ਇਹ ਬਹੁਤਾ ਜ਼ਿਆਦਾ ਸਾਧ ਸੰਗਤ ਜੀ ਸਟੰਟਬਾਜ਼ੀ ਹੈ, ਗੱਤਕਾ ਨਹੀਂ ਹੈਗਾ। ਐਵੇਂ ਭੁਲੇਖੇ ਨਾਲ ਵੀ ਇਹਨਾਂ ਦੇ ਕੋਲ ਆਪਣੇ ਬੱਚੇ ਨਾ ਭੇਜਿਓ, ਕਿਤੇ ਮਾਰ ਸੁੱਟਣਗੇ ਜੇ ਪੁੱਠੇ ਸਟੰਟ ਕਰਦੇ ਆ ਜੀ। ਹਾਂਜੀ। ਗੁਰ ਉਪਕਾਰ ਜਾਣ ਕਰ ਵੀਰ। ਉਹ ਸੂਰਮੇ ਜਿਨ੍ਹਾਂ ਨੇ ਸ਼ਸਤਰ ਵਿੱਦਿਆ ਸਿੱਖੀ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਰਉਪਕਾਰ ਜਾਣਦੇ ਆ। ਸਤਿਗੁਰਾਂ ਨੇ ਸਾਡੇ ਤੇ ਪਰਉਪਕਾਰ ਕੀਤਾ ਹੈ। ਮਨ ਤੇ ਅਰਪਿਓ ਸਰਬ ਸਰੀਰ। ਵਾਹ ਜੀ ਵਾਹ। ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਮਨੋਂ ਤਨੋਂ ਉਹ ਸਤਿਗੁਰੂ ਦੇ ਹੋ ਗਏ ਜੀ। ਏਡੇ ਵੱਡੇ ਸਾਡੇ ਗਰੀਬ ਨਵਾਜ, ਉਹਨਾਂ ਅੱਗੇ ਤੇ ਸਰੀਰ ਹੀ ਅਰਪਣ ਕੀਤਾ ਸੀ ਨਾ, ਵੀ ਸਾਡਾ ਸਰੀਰ ਇਹਨਾਂ ਵਾਸਤੇ ਹਾਜ਼ਰ ਹੈ। ਉਹਨਾਂ ਮਹਾਰਾਜ ਦੇ ਕੋਲ ਜਦੋਂ ਰਹੇ,
ਸਤਿਗੁਰੂ ਦੀ ਦਿਆਲਤਾ ਵੇਖੀ, ਮਨ ਵੀ ਸਤਿਗੁਰੂ ਨੂੰ ਦੇ ਦਿੱਤਾ ਜੀ। ਹਾਂਜੀ, ਜਹ ਗੁਰ ਕੋ ਕਾਰਜ ਬਨ ਜਾਏ। ਹੁਣ ਉਹ ਸੋਚਦੇ ਆ ਜਦੋਂ ਕਿਤੇ ਸਤਿਗੁਰਾਂ ਨੂੰ ਸਾਡੀ ਲੋੜ ਪਵੇ, ਮਾਰਨ ਮਰਨ ਬਿਖੈ ਮੁੱਦ ਪਾਏ। ਭਾਵੇਂ ਮਰਨ ਦਾ ਸਮਾਂ ਹੋਵੇ ਜਾਂ ਮਾਰਨ ਦਾ ਸਮਾਂ ਹੋਵੇ, ਅਸੀਂ ਪਿਛਾਂਹ ਨਹੀਂ ਹਟਣਾ। ਸਤਿਗੁਰੂ ਨੇ ਉਹਨਾਂ ਨੂੰ ਪਿਆਰ ਹੀ ਇੰਨਾ ਕੀਤਾ, ਉਹ ਸਤਿਗੁਰਾਂ ਤੋਂ ਜਾਨਾਂ ਵਾਰਨ ਵਾਸਤੇ ਤਿਆਰ ਹੋ ਗਏ ਜੀ। ਹਾਂਜੀ, ਕਹੈ ਪਰਸ ਪਰ ਜੋਧਾ ਐਸੇ। ਜੋਧੇ ਮਿਲ ਕੇ ਨਾ, ਜੋਧੇ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਦੇ ਜੀ। ਹਮਹਿ ਮਿਲੇ ਪਤ ਰਘੁਬਰ ਜੈਸੇ। ਕਹਿਣ ਲੱਗੇ ਵਾਹ ਵਾਹ, ਸਾਨੂੰ ਤੇ ਸ਼੍ਰੀ ਰਾਮਚੰਦਰ ਵਰਗੇ ਮਾਲਕ ਮਿਲੇ ਨੇ। ਕਹਿਣ ਲੱਗੇ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਹਿੰਦੇ ਸਾਨੂੰ ਤੇ ਨਾ ਸ਼੍ਰੀ ਰਾਮਚੰਦਰ ਜੀ ਜੈਸੇ ਮਾਲਕ ਮਿਲੇ ਨੇ। ਕਿਉਂ? ਹਾਂਜੀ, ਸਰਬ ਮ੍ਰਿਗਨ ਕੀ ਜੋਨੀ ਹੀਨ। ਹਾਂਜੀ, ਕੋ ਕਾਰਜ ਕਬ ਬਨੈ ਕਿਸੀ ਨਾ। ਜਾਨਵਰਾਂ ਵਿੱਚੋਂ ਜਿਹੜੇ ਜੰਗਲੀ ਜਾਨਵਰ ਨੇ, ਉਹਨਾਂ 'ਚੋਂ ਇੱਕ ਤੁਛ ਜੂਨ ਹੈ ਬਾਂਦਰਾਂ ਦੀ ਜੀ। ਕੋਈ ਕੰਮ ਨਹੀਂ ਸਵਾਰਦੇ, ਭੁੜਕਦੇ ਹੀ ਰਹਿੰਦੇ ਆ। ਉਹਨਾਂ ਕੋਲੋਂ ਕੋਈ ਕੰਮ ਨਹੀਂ ਬਣ ਆਉਂਦਾ ਜੀ। ਹਾਂਜੀ, ਅਸ ਬਾਨਰ ਬਨ ਮਹਿ ਗਨ ਹੇਰੇ। ਤਿਨ ਪਰ ਕਰੁਣਾ ਧਾਰ ਕਨੇਰੇ। ਕਹਿੰਦੇ ਸ਼੍ਰੀ ਰਾਮਚੰਦਰ ਜੀ ਨੇ ਉਹਨਾਂ ਵਾਨਰਾਂ ਤੇ ਕਿਰਪਾ ਕੀਤੀ, ਉਹਨਾਂ ਬਾਂਦਰਾਂ ਦੀ ਫੌਜ ਤੇ ਕਿਰਪਾ ਕਰਤੀ ਜੀ। ਹਾਂਜੀ, ਮਹਾਬਲੀ ਰਾਵਣ 10 ਸੀਸ। ਕੀ ਬੜਾ ਵੱਡਾ ਮਹਾਬਲੀ, 10 ਸਿਰਾਂ ਵਾਲਾ ਜਿਹੜਾ ਮਹਾਬਲੀ ਰਾਵਣ ਹੈ। ਹਾਂਜੀ, ਪਰਾਕਰਮ ਗਰਭ ਹਰਿਓ ਮਿਲ ਕੀਸ। ਬਾਂਦਰਾਂ ਦੀ ਫੌਜ ਲੈ ਕੇ ਉਹਦਾ ਘਮੰਡ ਤੋੜ ਦਿੱਤਾ ਸ਼੍ਰੀ ਰਾਮਚੰਦਰ ਜੀ ਨੇ ਜੀ। ਇਹ ਯੋਧੇ ਆਪਸ 'ਚ ਗੱਲਾਂ ਕਰ ਰਹੇ ਆ। ਹਾਂਜੀ, ਤਿੰਨ ਸਮ ਸਭ ਬਾਤਨ ਤੇ ਹੀਨ। ਜਿਵੇਂ ਉਹਨਾਂ ਨੇ ਇੱਕ ਨੀਚ ਜੂਨ ਨੂੰ ਲਿਆ, ਬਾਂਦਰਾਂ ਨੂੰ ਲਿਆ, ਫੌਜ ਤਿਆਰ ਕਰਤੀ, ਇੰਨੀ ਵੱਡੀ ਲੰਕਾ ਹਿਲਾ ਕੇ ਰੱਖ ਦਿੱਤੀ। ਕਹਿਣ ਲੱਗੇ ਅਸੀਂ ਵੀ ਨੀਵੇਂ ਹੀ ਹੈਗੇ ਆ। ਆਖੋ, ਪਰ ਗੱਲ ਤੇ ਹੈ ਵੀ ਸੰਗਤ ਜੀ, ਇੱਥੇ ਨੀਵਾਂ ਬੰਦਾ ਬਣੇਗਾ ਤੇ ਫੇਰ ਹੈ ਨਾ ਜੀ। ਕਹਿੰਦੇ ਅਸੀਂ ਵੀ ਨੀਵੇਂ, ਤਿੰਨ ਸਮ ਹਮ ਸਭ ਬਾਤਨ ਤੇ ਹੀਨ। ਅਸੀਂ ਵੀ ਹਰ ਤਰ੍ਹਾਂ ਨਾਲ ਨੀਵੇਂ ਹੀ ਆ। ਕਿਰਪਾ ਦ੍ਰਿਸ਼ਟ ਹਮ ਪਰ ਗੁਰ ਕੀਨ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਡੇ ਤੇ ਮਿਹਰ ਕੀਤੀ ਹੈ। ਜੋ ਕਹਿਵਾਏ ਜਹਾਨ ਪਨਾਹਾ। ਤਿਨ ਕੇ ਸੰਗ ਜੰਗ ਕੀ ਚਾਹਾ। ਜਿਹਨੂੰ ਜਾ ਪਨਾ ਕਿਹਾ ਜਾਂਦਾ ਹੈ, ਏਡਾ ਵੱਡਾ ਬਾਦਸ਼ਾਹ ਸਾਡੇ ਵਿੱਚ ਇੰਨੀ ਜੁਰਤ ਪੈਦਾ ਕਰਤੀ ਹੈ, ਅਸੀਂ ਉਹਦੇ ਨਾਲ ਵੀ ਲੜਨ ਵਾਸਤੇ ਤਿਆਰ ਹਾਂ। ਹਾਂਜੀ, ਹੀਨ ਜੂਨ ਬਾਨਰਨ ਸਮਾਨ। ਸਾਡੀ ਜੂਨ ਵੀ ਹੀਣੀ ਹੈ, ਬਾਂਦਰਾਂ ਵਰਗੀ ਸੀ। ਹਾਂਜੀ, ਜੇ ਨਾ ਕਰੋਗੇ ਰਣ ਕਸਮਾਨ। ਤੇ ਜੇ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਤੇ ਇੰਨੀ ਮਿਹਰ ਕਰ ਹੀ ਦਿੱਤੀ ਹੈ, ਹੁਣ ਜੇ ਅਸੀਂ ਜੰਗ ਨਹੀਂ ਕਰਦੇ ਤੋ ਕੀਸਨ ਤੇ ਹੀਨ ਅਹਕੋ। ਤੇ ਫਿਰ ਤੇ ਸਮਝੋ ਵੀ ਅਸੀਂ ਬਾਂਦਰਾਂ ਤੋਂ ਵੀ ਨੀਵੇਂ ਹੀ ਆ। ਹਾਂਜੀ, ਜਿਸ ਕੀ ਸਮਤਾ ਹਮੈ ਕਹੇ ਕੋ। ਸਾਨੂੰ ਤੇ ਉਹਨਾਂ ਦੇ ਬਰਾਬਰ ਵੀ ਫਿਰ ਕੋਈ ਨਹੀਂ ਕਹੇਗਾ। ਹਾਂਜੀ, ਰਣ ਮੈਂ ਨਿਰਭੈ ਸ਼ਤਰੂ ਗਨ ਆਏ। ਹਤੋ ਸ਼ਸਤਰ ਗੁਰ ਸੰਗ ਸਹਾਏ। ਤੇ ਫਿਰ ਨਾ ਜੋਧੇ ਆਪਸ 'ਚ ਗੱਲਾਂ ਕਰਦੇ, ਕਹਿੰਦੇ ਕਿਉਂ? ਸਾਡੇ ਕੋਲ ਗੁਰੂ ਹਰਗੋਬਿੰਦ ਸਾਹਿਬ ਨੇ, ਸਤਿਗੁਰੂ ਨੇ, ਅਸੀਂ ਜੰਗ ਦੇ ਮੈਦਾਨ 'ਚ ਜਾਵਾਂਗੇ, ਲੜਾਂਗੇ। ਹਾਂਜੀ, ਇਮ ਆਪਸ ਮਹਿ ਕਹਿ ਪ੍ਰਣ ਕਰੈ। ਇਸ ਤਰੀਕੇ ਨਾਲ ਜੋਧੇ ਸੂਰਮੇ ਪ੍ਰਣ ਕਰਦੇ ਆ, ਅੱਜ ਤੋਂ ਬਾਅਦ ਜਿਉਣਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਜਿਉਣਾ ਹੈ। ਅੱਧ ਤੋਂ ਜ਼ਿੰਦਗੀ ਸਤਿਗੁਰਾਂ ਦੇ ਲੇਖੇ ਲਾ ਦਿੱਤੀ ਉਹਨਾਂ ਨੇ। ਮਾਨੋ ਬਾਣੀ ਦੀ ਪੰਕਤੀ ਉਹਨਾਂ ਯੋਧਿਆਂ ਨੇ ਲੇਖੇ ਲਾਈ, ਇਹੋ ਜਨਮ ਤੁਮਾਰੇ ਲੇਖੇ। ਆਖੋ ਵਾਹਿਗੁਰੂ। ਅਸੀਂ ਗ੍ਰਸਤੀ ਸਿੱਖ, ਸਾਡੇ ਕੋਲ ਜਨਮ ਲੇਖੇ ਨਹੀਂ ਲੱਗਦਾ। ਅਸੀਂ ਆਪਣੇ ਜਨਮ ਤੇ ਆਪਣਾ ਹੱਕ ਰੱਖਦੇ। ਕਈ ਕਹਿ ਦੇਣਗੇ ਤੂੰ ਕਿਹੜੀਆਂ ਲੜਾਈਆਂ ਵਾਲੀਆਂ ਗੱਲਾਂ ਲੈ ਕੇ ਬਹਿ ਗਿਆ, ਕੋਈ ਸਾਖੀ ਸੁਣਾ, ਕੋਈ ਭਗਤੀ ਵਾਲੀ ਗੱਲ ਸੁਣਾ, ਇਹ ਕਿਹੜੀਆਂ ਲੜਾਈਆਂ ਵਾਲੀਆਂ ਗੱਲਾਂ ਲਾਈ ਬੈਠਾ। ਸੰਗਤ ਜੀ, ਇਹਨਾਂ ਨੂੰ ਲੜਾਈਆਂ ਵਾਲੀਆਂ ਗੱਲਾਂ ਨਾ ਜਾਣਿਓ, ਉਹਨਾਂ ਸਿੱਖਾਂ ਦਾ ਪਿਆਰ ਵੇਖੋ ਜਿਹੜੇ ਮਿਲ ਕੇ ਆਪਸ 'ਚ ਗੱਲਾਂ ਕਰਦੇ ਆ।
ਅੱਜ ਤੋਂ ਜ਼ਿੰਦਗੀ ਗੁਰੂ ਹਰਗੋਬਿੰਦ ਸਾਹਿਬ ਦੇ ਲੇਖੇ ਲਾ ਦਿੱਤੀ। ਕਹਿੰਦੇ ਲੜਾਂਗੇ, ਮਰਾਂਗੇ, ਜਿਉਵਾਂਗੇ, ਗੁਰੂ ਹਰਗੋਬਿੰਦ ਸਾਹਿਬ ਵਾਸਤੇ ਜਿਉਵਾਂਗੇ। ਇਹ ਪੰਕਤੀ ਉਹਨਾਂ ਦੇ ਜੀਵਨ ਤੇ ਢੁਕਦੀ ਹੈ। ਇਹੋ ਜਨਮ ਤੁਮਾਰੇ ਲੇਖੇ, ਉਹਨਾਂ ਜਨਮ ਲੇਖੇ ਲਾਇਆ ਸਾਧ ਸੰਗਤ ਜੀ। ਹਾਂਜੀ, ਅਧਿਕ ਵੀਰਤਾ ਕੋ ਉਰ ਧਰੈ, ਵੀਰਤਾ ਧਾਰਨ ਕੀਤੀ ਹੈ। ਹਾਂਜੀ, ਵਹਿਰ ਅਰੂਡੈ ਗੁਰੂ ਸੁਨਾਵੈ, ਤੁਮਰੇ ਹੁਕਮ ਓਜ ਦਿਖਰਾਵੈ। ਮਹਾਰਾਜ ਸੱਚੇ ਪਾਤਸ਼ਾਹ ਬਾਹਰ ਗਏ, ਘੋੜੇ ਤੇ ਬੈਠੇ। ਇਹ ਸਿਪਾਹੀ ਇਕੱਠੇ ਹੋ ਕੇ ਕਹਿੰਦੇ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਾਡੇ ਸਤਿਗੁਰੂ, ਸਾਡੇ ਮਾਲਕ, ਸਾਡੇ ਪਰਮੇਸ਼ਰ ਜੀ, ਮਹਾਰਾਜ ਇੱਕ ਵਾਰੀ ਹੁਕਮ ਤੇ ਕਰਿਓ। ਮਹਾਰਾਜ ਜਨਮ ਹੀ ਅੱਜ ਤੋਂ ਬਾਅਦ ਤੁਹਾਡਾ ਸਾਰਾ, ਤੁਹਾਡੇ ਆਖਿਆਂ ਹੀ ਜੋ ਕਰਾਂਗੇ ਕਰਾਂਗੇ। ਹਾਂਜੀ, ਅਰਪਿਓ ਰਾਵਰ ਕੇ ਪਗ ਸੀਸ। ਸਤਿਗੁਰੂ ਮਹਾਰਾਜ ਅੱਜ ਤੋਂ ਇਹ ਜਿਹੜਾ ਸਿਰ ਹੈ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਤੁਹਾਨੂੰ ਭੇਟ ਕਰ ਦਿੱਤਾ ਹੈ। ਚੇਤਾ ਰੱਖਿਓ, ਇੱਕ ਸਿਪਾਹੀ ਹੈ ਨਾ, ਪੈਸੇ ਲੈ ਕੇ ਲੜਦਾ, ਉਹ ਮੰਨ ਨਹੀਂ ਦਿੰਦਾ ਭਾਰਤ ਸਰਕਾਰ ਨੂੰ, ਇੰਗਲੈਂਡ ਸਰਕਾਰ ਨੂੰ। ਠੀਕ ਹੈ, ਉਹਦਾ ਲੜਨਾ ਕੰਮ ਹੈ, ਗੋਲੀਆਂ ਚਲਾਏਗਾ, ਲੜੇਗਾ, ਫੌਜੀ ਹੈ। ਪਰ ਜਿਹੜੇ ਸਤਿਗੁਰੂ ਦੇ ਯੋਧੇ ਆ ਨਾ, ਉਹਨਾਂ ਨੇ ਮਨ ਹੀ ਦੇ ਦਿੱਤੇ ਸਤਿਗੁਰਾਂ ਨੂੰ। ਮਨ ਹੀ ਬੜਾ ਨਕੰਮਾ, ਇਹੋ ਹੀ ਨਹੀਂ ਗੁਰੂ ਜੀ ਨੂੰ ਦਿੱਤਾ ਜਾਂਦਾ। ਆਖੋ ਵਾਹਿਗੁਰੂ। ਇਹੋ ਹੀ ਨਹੀਂ ਦਿੱਤਾ ਜਾਂਦਾ, ਉਹਨਾਂ ਮਨ ਹੀ ਸਤਿਗੁਰਾਂ ਨੂੰ ਦੇ ਦਿੱਤੇ। ਅਰਪਿਓ ਰਾਵਰ ਕੇ ਪਗ ਸੀਸ। ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਸਤਿਗੁਰੂ ਮਹਾਰਾਜ ਤੁਹਾਡੇ ਚਰਨਾਂ ਤੇ ਸਿਰ ਰੱਖ ਦਿੱਤਾ, ਦੇ ਦਿੱਤਾ ਅੱਜ ਤੋਂ ਤੁਹਾਨੂੰ। ਤੁਮ ਹੈ ਪ੍ਰਵਾਹ ਨਾ ਹੈ ਜਗਦੀਸ਼। ਤੇ ਜਿਵੇਂ ਆਪਾਂ ਕਹਿੰਦੇ ਆ ਵੀ ਪ੍ਰਵਾਹ ਨਾ ਕਰਿਓ, ਉਹ ਵੀ ਮਾਣ ਚ ਆਏ। ਮਾਣ ਚ ਕਾਹਦਾ? ਪ੍ਰੇਮ ਚ ਆਏ ਜੀ। ਕਹਿੰਦੇ ਮਹਾਰਾਜ ਤੁਸੀਂ ਪ੍ਰਵਾਹ ਨਾ ਕਰਿਓ, ਤੇ ਤੁਹਾਡੇ ਹੁੰਦੇ ਸਾਨੂੰ ਪ੍ਰਵਾਹ ਕੋਈ ਨਹੀਂ ਹੈਗੀ। ਕਹਿਣ ਲੱਗੇ ਅੱਜ ਤੋਂ ਅਸੀਂ ਤੁਹਾਡੇ ਸੱਚੇ ਪਾਤਸ਼ਾਹ, ਵੇਖੋ ਨੌਕਰੀ ਕਰਨ ਵਾਸਤੇ ਆਏ, ਸਤਿਗੁਰੂ ਦਾ ਹੀ ਹੋ ਕੇ ਰਹਿ ਗਏ ਜੀ। ਆਏ ਕੀ ਕਰਨ ਸਨ? ਨੌਕਰੀ ਚਾਕਰੀ, ਪਰ ਸਤਿਗੁਰੂ ਦੇ ਸਿੱਖ ਬਣ ਗਏ ਜੀ। ਇਹ ਹੈ ਜੀਵਨ। ਹਾਂਜੀ, ਦੋਹੇ ਲੋਕਨ ਕੀ ਚਹਿ ਕਲਿਆਣ। ਹੁਣ ਤੇ ਮਹਾਰਾਜ ਕੱਲਾ ਜੰਗ 'ਚ ਲੜਨਾ ਹੀ ਨਹੀਂ ਆਉਂਦਾ। ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਆ ਗਏ ਆ, ਇੱਥੇ ਵੀ ਸਾਡਾ ਭਲਾ ਕਰਿਓ। ਹੇ ਗੁਰੂ ਹਰਗੋਬਿੰਦ ਸਾਹਿਬ, ਸਤਿਗੁਰੂ ਦਰਗਾਹ ਵਿੱਚ ਵੀ ਸਾਡਾ ਭਲਾ ਕਰਿਓ, ਦੋਵਾਂ ਲੋਕਾਂ 'ਚ ਸਾਡਾ ਭਲਾ ਕਰਿਓ। ਹਾਂਜੀ, ਪਰੇ ਸ਼ਰਨ ਰਾਵਰ ਕੀ ਆਨ, ਇਸ ਵਿਦ ਬਹੁ ਵੀਰ ਰਸ ਵਧੈ, ਅਯੁੱਧ ਵਿਦਿਆ ਕੋ ਨਿਤ ਸਧੇ। ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਅਸੀਂ ਤੁਹਾਡੇ ਤੇ ਖੁਸ਼ ਹਾਂ, ਹਰ ਰੋਜ਼ ਜੰਗ ਦਾ ਅਭਿਆਸ ਕਰਿਆ ਕਰੋ। ਮਹਾਰਾਜ ਕਹਿੰਦੇ ਅਸੀਂ ਤੁਹਾਡੇ ਤੇ ਖੁਸ਼ ਹਾਂ। ਸਾਧ ਸੰਗਤ ਜੀ, ਮਨ ਦੇਣਾ ਪੈਣਾ। ਸਤਿਗੁਰੂ ਅੱਗੇ ਅਰਦਾਸ ਕਰੋ, ਮਹਾਰਾਜ ਅਸੀਂ ਮਨ ਦੇਣ ਦੀ ਸਮਰੱਥਾ ਵਾਲੇ ਨਹੀਂ ਹੈਗੇ, ਇਹਦੇ ਯੋਗ ਵੀ ਸਾਨੂੰ ਤੁਸੀਂ ਬਣਾਉਣਾ ਜੇ। ਮਨ ਦੇਣ ਵਾਸਤੇ ਪਹਿਲਾਂ ਯੋਗ ਤੇ ਬਣੀਏ, ਤੇ ਯੋਗ ਵੀ ਸੰਗਤ ਜੀ ਸਤਿਗੁਰੂ ਨੇ ਹੀ ਬਣਾਉਣਾ ਹੈ ਸਾਨੂੰ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ, ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਆਓ ਪਿਆਰ ਨਾਲ ਸਾਰੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿਵੇਂ ਉਹਨਾਂ ਸਿਪਾਹੀਆਂ ਨੇ, ਜਿੰਨੇ ਸਿਪਾਹੀ ਹੁਣ ਤੱਕ ਰੱਖੇ, ਸਾਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਮਹਾਰਾਜ ਪੈਸਿਆਂ ਵਾਸਤੇ ਨਹੀਂ, ਅੱਜ ਤੋਂ ਤੁਹਾਡੇ ਬਣ ਕੇ ਲੜਾਂਗੇ। ਅੱਜ ਤੋਂ ਮਹਾਰਾਜ ਜਨਮ ਤੁਹਾਡੇ ਲੇਖੇ ਲਾਤਾ। ਸਤਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸਾਡਾ ਜਨਮ ਵੀ ਆਪ ਜੀ ਦੇ ਲੇਖੇ ਲੱਗੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਕਹੋ ਜੀ, ਵਾਹਿਗੁਰੂ ਜਪ ਵਾਹਿਗੁਰੂ, ਵਾਹਿਗੁਰੂ ਜਪ ਵਾਹਿਗੁਰੂ, ਗੱਜ ਕੇ ਜਪ ਵਾਹਿਗੁਰੂ, ਜਪ ਵਾਹਿਗੁਰੂ,
ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰਾਂ ਕਰਨ। ਅਸੀਂ ਵੀ ਆਪਣਾ ਜਨਮ ਅਰਦਾਸ ਕਰੋ ਮਹਾਰਾਜ, ਜ਼ਿੰਦਗੀ ਮਿਲੀ ਹੈ, ਬਾਰ-ਬਾਰ ਮਨੁੱਖਾ ਜਨਮ ਨਹੀਂ ਮਿਲਣਾ, ਸਮਾਂ ਸਦਾ ਹੀ ਘਟ ਰਿਹਾ ਹੈ। ਮਹਾਰਾਜ ਸਾਡਾ ਜਨਮ ਆਪ ਜੀ ਦੇ ਲੇਖੇ ਲੱਗੇ, ਸਾਡੇ ਤੇ ਇਹ ਮਿਹਰ ਕਰ ਦਿਓ, ਕਿਰਪਾ ਕਰ ਦਿਓ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁ ਕਹੋ